ਸਤਨਾਮ ਵਾਹਿਗੁਰੂ ਜੀਓ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਗ੍ਰਹਿ ਮੰਦਰ ਬਣਿਆ। ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ। ਰੋਗ ਬਿਨਾਸੇ ਸਗਲ ਕੂਰਾ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰ ਨੂੰ ਸਦਾ ਹੀ ਪਿਆਰ ਕਰਨ ਵਾਲੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਬੜੇ ਪਿਆਰ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਰਲ ਮਿਲ ਕੇ ਨਿਰੰਕਾਰ ਦੀ ਜੋਤ ਜਦੋਂ ਚੌਥੇ ਜਾਮੇ ਵਿੱਚ ਵਰਤੀ, ਇੰਝ ਆਖੋ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੋਤ ਜਦੋਂ ਚੌਥੇ ਜਾਮੇ ਵਿੱਚ ਵਰਤੀ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਸਾਰਾ ਸਿੱਖ ਜਗਤ ਉਚੇਚੇ ਤੌਰ 'ਤੇ ਬੜੇ ਚਾਵਾਂ ਤੇ ਉਤਸ਼ਾਹ ਨਾਲ ਮਨਾਉਂਦਾ ਹੈ, ਪਰ ਸਭ ਤੋਂ ਵੱਧ ਖਿੱਚ ਦਾ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜੋ ਹੈ, ਉੱਥੇ ਗੁਰਪੁਰਬ ਵੀ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਸਾਰੇ ਸੰਸਾਰ ਭਰ ਤੋਂ ਗੁਰੂ ਕੀਆਂ ਸੰਗਤਾਂ ਦੇ ਲਈ ਉਹ ਖਿੱਚ ਦਾ ਕਾਰਨ ਬਣੇ ਹੁੰਦੇ ਹਨ। ਆਓ ਇਹੋ ਜਿਹੇ ਪਿਆਰੇ ਸਤਿਗੁਰਾਂ ਨੂੰ ਆਪਾਂ ਵੀ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਬੈਠੇ ਹੋਏ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਈਏ, ਸਤਿਗੁਰਾਂ ਦੇ ਗੁਣ ਗਾਈਏ, ਉਹਨਾਂ ਦੀਆਂ ਮਹਾਨ ਬਖਸ਼ਾਂ ਨੂੰ ਚੇਤਾ ਕਰੀਏ, ਕਿਉਂਕਿ ਹਾਲਾਤ ਇਹੋ ਜਿਹੇ ਬਣੇ ਹਨ। ਗੁਰੂ ਕੀਆਂ ਸੰਗਤਾਂ ਗੁਰੂ ਘਰਾਂ ਦੇ ਅੰਦਰ ਇਕੱਤਰ ਨਹੀਂ ਹੋ ਸਕਦੀਆਂ ਹੁਣ ਓਨੀ ਖੁੱਲ੍ਹ ਕੇ ਜਿਵੇਂ ਪਹਿਲਾਂ ਸੀ, ਪਰ ਇਹ ਸਮਾਂ ਇਹ ਸਤਿਗੁਰੂ ਜੀ ਆਪ ਕੱਢਣਗੇ। ਤੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸਰੀਰ ਦੀ ਜੀਵਨ ਯਾਤਰਾ ਚੂਨਾ ਮੰਡੀ ਲਾਹੌਰ ਤੋਂ ਸ਼ੁਰੂ ਕੀਤੀ ਹੈ। ਬਾਬਾ ਹਰੀਦਾਸ ਜੀ ਮਾਤਾ ਦਇਆ ਕੌਰ ਤੇ ਗ੍ਰਹਿ 1534 ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ। ਨਿਰੰਕਾਰ ਦੀ ਖੇਡ ਵਰਤਦੀ ਹੈ। ਭਾਈ 7 ਸਾਲਾਂ ਦੇ ਸਨ ਜਦੋਂ ਮਾਤਾ ਪਿਤਾ ਜੀ ਸਰੀਰਕ ਵਿਛੋੜਾ ਦੇ ਕੇ ਚਲੇ ਗਏ। ਨਾਨਕੇ ਸਨ ਬਾਸਰ ਕੇ ਪਿੰਡ ਤੇ ਬਾਸਰ ਕੇ ਨਗਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਨਗਰੀ ਹੈ। ਨਾਨੀ ਨੇ ਬੱਚਿਆਂ ਦੀ ਬਾਂਹ ਪਕੜੀ ਤੇ ਆਪਣੇ ਕੋਲ ਲੈ ਗਈ। ਉਹਦਾ ਕਾਰਨ ਸੀ ਨਿਰੰਕਾਰ ਦੀ ਖੇਡ। ਅੱਤ ਦੀ ਗਰੀਬੀ ਤੋਂ ਜੀਵਨ ਦੀ ਸ਼ੁਰੂਆਤ ਹੋ ਰਹੀ ਹੈ। ਮਾੜੀ ਮੋਟੀ ਦੁਕਾਨ ਚੱਲਦੀ ਸੀ, ਜਦੋਂ ਮਾਪੇ ਚਲੇ ਗਏ, ਬੱਚੇ ਛੋਟੇ ਕਾਰਨ ਕਿਹਨੇ ਸੰਭਾਲਣਾ ਸੀ। ਵਿਦਵਾਨ ਕਹਿੰਦੇ ਨੇ ਗੁਰੂ ਰਾਮਦਾਸ ਪਿਤਾ ਜੀ ਨੂੰ ਭਾਈ ਜੇਠਾ ਜੀ ਕਿਹਾ ਜਾਂਦਾ ਸੀ। ਤਿੰਨਾਂ ਦੀ ਸੰਭਾਲਣ ਵਾਲਾ ਜਦੋਂ ਕੋਈ ਨਾ ਰਹਿ ਗਿਆ ਤੇ ਨਾਨੀ ਆਪਣੇ ਨਾਲ ਨਾਨਕੇ ਪਿੰਡ ਲੈ ਕੇ ਚਲੇ ਗਏ।
कौन जानदा सी चूना मंडी लाहौर दा ये 7 साल दा बच्चा जिन्हों अज दी बांह पकड़न वास्ते कोई तैयार नहीं। जुग बीत जाणगे ये लखां करोड़ां लोकां दी ये बांह पकड़ेगा। जिहदी ये बांह पकड़ लवे ਉਹਦਾ ਜਮਦੂਤ ਵੀ ਕੱਖ नहीं ਵਿਗਾੜ ਸਕਣਗੇ। ਅਕਾਲ ਪੁਰਖ ਦੀ ਖੇਡ ਸੰਖੇਪ ਜੀ ਝਾਤ ਮਾਰਦੇ ਹਾਂ। ਆਪਾਂ ਕੋਈ ਸਾਰਾ ਜੀਵਨ ਨਹੀਂ ਸਤਿਗੁਰੂ ਜੀ ਦਾ ਸਾਂਝਾ ਕਰਨਾ। ਉਹਨਾਂ ਦੀਆਂ ਰਹਿਮਤਾਂ ਦੇ ਵਿੱਚੋਂ ਮੁੱਖ ਤੌਰ 'ਤੇ ਮਹਾਨ ਮਹਾਨ ਗੁਣ ਨੇ ਜਿਨ੍ਹਾਂ ਦਾ ਅੰਤ ਕੋਈ ਨਹੀਂ, ਪਰ 6 ਕੁ ਇਹੋ ਜਿਹੇ ਗੁਣ ਦਾਤਾਂ ਜਿਹੜੀਆਂ ਇਸ ਜਾਮੇ ਵਿੱਚ ਸਤਿਗੁਰੂ ਜੀ ਨੇ ਮਨੁੱਖਤਾ ਦੇ ਸਾਹਮਣੇ ਰੱਖੀਆਂ, ਉਹਨਾਂ ਦੀ ਸਾਂਝ ਪਾਉਂਦੇ ਆਪਾਂ। ਪਰ ਉਹ ਸਾਂਝ ਪਾਉਣ ਤੋਂ ਪਹਿਲਾਂ ਸੰਖੇਪ ਜਿਹਾ ਸਤਿਗੁਰੂ ਜੀ ਦਾ ਜੀਵਨ। ਬਾਸਰਕੇ ਵਿੱਚ ਨਾਨਕੇ ਨੇ ਘੁੰਗਣੀਆਂ ਦੀ ਕਿਰਤ ਕਰਦੇ ਹੋਏ ਧੰਨ ਗੁਰੂ ਅਮਰਦਾਸ ਪਿਤਾ ਜੀ ਦੀ ਮਿਹਰਾਂ ਭਰੀ ਦ੍ਰਿਸ਼ਟੀ ਪੈ ਗਈ ਏ। ਪਰ ਉਧਰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਪਿਤਾ ਜੀ ਨੂੰ ਸੇਵਾ ਵਿੱਚ ਲਾਇਆ। ਹੁਕਮ ਕੀਤਾ ਸਾਨੇ ਗੋਇੰਦਵਾਲ ਨਗਰ ਵਸਾਓ। ਜਦੋਂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨਗਰ ਦੀ ਸੇਵਾ ਸੰਭਾਲੀਏ, ਪਰਿਵਾਰ ਵੀ ਇੱਥੇ ਆ ਗਏ। ਉਦੋਂ ਧੰਨ ਗੁਰੂ ਰਾਮਦਾਸ ਪਿਤਾ ਜੀ ਭਾਈ ਜੇਠਾ ਜੀ ਵੀ ਇੱਥੇ ਆ ਜਾਂਦੇ ਨੇ। ਪਰ ਉਸ ਤੋਂ ਪਹਿਲਾਂ ਰੱਬ ਨੇ ਕੀ ਸਬੱਬ ਬਣਾਇਆ ਹੈ। ਘੁੰਗਣੀਆਂ ਵੇਚਦੇ ਤੇ ਗੁਰੂ ਅਮਰਦਾਸ ਪਿਤਾ ਜੀ ਦੇ ਮਹਿਲ ਕਹਿੰਦੇ ਨੇ, ਪਤੀ ਜੀਓ ਭਾਨੀ ਜਵਾਨ ਹੈ, ਕੋਈ ਵਾਰ ਢੂੰਡੀਏ ਜ਼ਰੂਰ। ਕਿਹੋ ਜਿਹਾ ਜਿਹੋ ਜਿਹਾ ਇਹ ਨੌਜਵਾਨ ਬੱਚਾ ਹੈ, ਜੋ ਉਹਦੇ ਚਿਹਰੇ ਦਾ ਜਲਾਲ ਤੇ ਝਲਕਾਂ ਪੈਂਦੀਆਂ ਨੇ, ਇਹੋ ਜਿਹਾ ਬੱਚਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਇਹੋ ਜਿਹਾ ਕੇਵਲ ਰੱਬ ਨੇ ਇਹਨਾਂ ਨੂੰ ਬਣਾਇਆ, ਕੋਈ ਦੂਜਾ ਨਹੀਂ ਇਹਨਾਂ ਵਰਗਾ ਹੋ ਸਕਦਾ। ਬੱਚੀ ਦੀ ਸ਼ਾਦੀ ਬੀਬੀ ਭਾਨੀ ਜੀ ਦੀ ਭਾਈ ਜੇਠੇ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨਾਲ ਹੁੰਦੀ। 1552 ਤੋਂ ਧੰਨ ਗੁਰੂ ਅਮਰਦਾਸ ਪਿਤਾ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਜਾਂਦੇ ਨੇ। 1574 ਤੱਕ 22 ਸਾਲ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਪਹਿਲਾਂ ਤੋਂ ਹੀ ਆ ਕੇ ਹੁਣ ਨਾਲ ਸੇਵਾ ਵਿੱਚ ਨੇ। ਇਤਿਹਾਸਕਾਰ ਕਹਿੰਦੇ 24 ਸਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਟੁੱਟ ਸੇਵਾ ਕੀਤੀ ਸਤਿਗੁਰੂ ਜੀ ਦੇ ਘਰ ਰਹਿ ਕੇ। ਕਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਨਹੀਂ ਸੋਚਿਆ ਜਾਂ ਖਿਆਲ ਕੀਤਾ ਮੈਂ ਆਪਣੇ ਸਹੁਰੇ ਘਰ ਖਾਂ, ਮੈਂ ਇਸ ਘਰ ਦਾ ਦਾਮਾਦ। ਇਸ ਘਰ ਦੇ ਅੰਤਾਂ ਦੀ ਗਰੀਬੀ ਤੇ ਨਿਮਰਤਾ ਵਿੱਚ ਆ ਕੇ ਸੇਵਾ ਵਾਲਾ ਭਾਵਨਾ ਹਿਰਦਾ ਬਣਾ ਕੇ ਸੇਵਾ ਵਿੱਚ ਜੁੜੇ ਨੇ। ਇਹੀ ਕਾਰਨ ਉਹ ਸੇਵਾ ਨੂੰ ਭਾਗ ਲੱਗੇ ਖਾਨ। ਸਤਿਗੁਰਾਂ ਦੀ ਮੌਜ ਏ। ਗੁਰੂ ਰਾਮਦਾਸ ਪਿਤਾ ਦੀ ਗੱਲ ਛਿੜਦਿਆਂ ਹੀ ਜੀ ਚਾਹੁੰਦਾ ਆ ਵੀ ਘਟਨਾ ਸਾਂਝੀ ਕਰੀਏ, ਦੂਜੀ ਵੀ ਕਰ ਲਈਏ, ਤੀਜੀ ਵੀ। ਉਹ ਤਾਂ ਫਿਰ ਮਹਾਰਾਜ ਮੌਕਾ ਦੇਣ, ਲਗਾਤਾਰ ਕੋਈ ਹਫ਼ਤਾ 10 ਦਿਨ ਵਿਚਾਰ ਕਰਾਂਗੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਣ ਉਚੇਚੇ ਗਾਣ ਲਈ। ਪਰ ਸਤਿਗੁਰਾਂ ਦੀ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਸੰਖੇਪ ਜੀ ਗੱਲ ਸ਼ੁਰੂ ਕਰਦੇ ਹਾਂ। ਅਖੀਰਲੀ ਪਰਖ ਹੋਈ ਸੀ ਗੁਰਤਾ ਗੱਦੀ ਤੋਂ ਪਹਿਲਾਂ, ਕਿਉਂਕਿ ਗੁਰੂ ਅਮਰਦਾਸ ਪਿਤਾ ਜੀ ਦੇ ਦੋਨੋਂ ਦਾਮਾਦ ਦੋਨੋਂ ਹੀ ਸੇਵਾਦਾਰ ਨੇ, ਭਾਈ ਰਾਮਾ ਜੀ ਤੇ ਭਾਈ ਜੇਠਾ ਜੀ। ਸਤਿਗੁਰੂ ਇੱਕ ਥੜਾ ਬਣਵਾਉਂਦੇ ਨੇ ਸ੍ਰੀ ਗੋਇੰਦਵਾਲ ਸਾਹਿਬ। ਥੜਾ ਬਣਾਓ ਇਹੋ ਜਿਹਾ ਜਿਸ ਥੜੇ 'ਤੇ ਬੈਠ ਕੇ ਅਸੀਂ ਸੰਗਤਾਂ ਦੀ ਦੂਰੋਂ ਦਰਸ਼ਨ ਕਰਿਆ ਕਰਾਂਗੇ। ਥੜਾ ਬਣਦਾ, ਸਤਿਗੁਰੂ ਕਹਿੰਦੇ ਚੰਗਾ ਨਹੀਂ ਬਣਿਆ ਢਾਹ ਦਿਓ। ਢਹਿ ਜਾਂਦਾ ਏ 2 ਵਾਰ 3 ਵਾਰ। ਭਾਈ ਰਾਮਾ ਜੀ ਕਹਿਣ ਲੱਗੇ ਗਰੀਬ ਨਵਾਜ਼ ਥੜਾ ਬਿਲਕੁਲ ਸਹੀ ਬਣਦਾ ਹੈ। ਆਪ ਜੀ ਨੂੰ ਪਤਾ ਨਹੀਂ ਲੱਗਦਾ, ਵਡੇਰੇ ਹੋਣ ਕਾਰਨ ਬਿਰਧ ਖੋ ਗਏ ਹੋ। ਥੜੇ ਵਿੱਚ ਕੀ ਨੁਕਸ ਹੈ? ਉਹਨਾਂ ਨੇ ਨਹੀਂ ਬਣਾਇਆ, ਪਰ ਭਾਈ ਜੇਠਾ ਜੀ ਨੇ 7 ਵਾਰ ਉਹ ਥੜਾ ਢਾਇਆ ਤੇ ਬਣਾਇਆ। ਗੁਰੂ ਅਮਰਦਾਸ ਪਿਤਾ ਜੀ ਕਹਿਣ ਲੱਗੇ ਪੁਰਖਾ ਤੇਰੇ ਅੰਦਰ ਇਹ ਖਿਆਲ ਨਹੀਂ ਆਇਆ ਵੀ ਕੋਈ ਕੰਮ ਕਰਾਈ ਜਾ ਰਹੇ, ਥੜੇ ਬਣਾ ਲਓ, ਥੜਾ ਢਾ ਦਿਓ। ਹੱਥ ਜੋੜੇ ਸਤਿਗੁਰੂ ਤੁਹਾਡੀਆਂ ਤੁਸੀਂ ਜਾਣੋ, ਸਾਨੂੰ ਤੇ ਇੱਕ ਹੀ ਪਤਾ ਤੁਹਾਡਾ ਹੁਕਮ ਮੰਨਣਾ। ਹੁਕਮ ਮਨਾਉਣ ਲਈ ਭਾਵੇਂ ਥੜੇ ਬਣਵਾਈ ਜਾਓ, ਭਾਵੇਂ ਟਵਾਈ ਜਾਓ, ਸਾਨੂੰ ਤੇ ਤੁਹਾਡੇ ਹੁਕਮ 'ਚੋਂ ਸੁੱਖ ਮਿਲਣਾ ਹੈ। ਸਤਿਗੁਰੂ ਜੀ ਇੰਨੇ ਪ੍ਰਸੰਨ ਹੋਏ ਸਨ, ਕਹਿਣ ਲੱਗੇ ਅਸੀਂ ਇਸ ਥੜੇ ਦੇ ਤਖਤ 'ਤੇ ਨਹੀਂ ਬੇਟਾ ਰਾਮਦਾਸ, ਅਸੀਂ ਤੇਰੇ ਹਿਰਦੇ ਦੇ ਤਖਤ 'ਤੇ ਸਦਾ ਲਈ
ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਨੂੰ ਟਿਕਾ ਦੇਣਾ ਹੈ। 1574 ਤੋਂ ਲੈ ਕੇ 1581 ਤੱਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਇੱਕ ਹੋਰ ਮੈਂ ਬੇਨਤੀ ਕਰਾਂ, ਇਹ ਪਹਿਲਾ ਮੌਕਾ ਹੈ। ਦੇਖੋ ਨਾ 10 ਗੁਰੂ ਸਾਹਿਬਾਨ ਨੇ। ਗੁਰੂ ਅੰਗਦ ਸਾਹਿਬ ਜਦੋਂ ਗੁਰਤਾ ਗੱਦੀ ਤੇ ਬਿਠਾਇਆ ਉਦੋਂ ਵੀ ਨਵਾਂ ਕੰਮ ਹੈ। ਜਦੋਂ ਗੁਰੂ ਅਮਰਦਾਸ ਪਿਤਾ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ, ਜਾਂ ਇਸੇ ਤਰ੍ਹਾਂ ਅੱਗੋਂ ਗੁਰੂ ਅਰਜਨ ਸਾਹਿਬ ਜੀ ਨੂੰ 6ਵੇਂ ਪਾਤਸ਼ਾਹ ਜੀ ਨੂੰ, ਪਰ ਜ਼ਿਕਰ ਨਹੀਂ। ਸਭ ਤੋਂ ਵੱਧ ਭੱਟਾਂ ਨੇ, ਸੱਤਾ ਬਲਵੰਡ ਜੀ ਨੇ, ਪਿਆਰਿਓ ਰਾਮ ਕਲੀ ਸੱਧ ਵਿੱਚ ਬਾਬਾ ਸੁੰਦਰ ਜੀ ਨੇ ਇਸ ਘਟਨਾ ਨੂੰ ਉਚੇਚਾ ਅੰਕਿਤ ਕੀਤਾ ਹੈ। ਜਦੋਂ ਗੁਰੂ ਅਮਰਦਾਸ ਪਿਤਾ ਜੀ ਨੇ ਗੁਰਤਾ ਗੱਦੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ ਹੈ। ਤੋ ਖੈਰ, ਜਦੋਂ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਤੇ ਉਸ ਤੋਂ ਪਹਿਲਾਂ ਹੀ ਕੁਝ ਬਚਨ ਕੀਤੇ ਸਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਤੀ। ਉਹਨਾਂ ਬਚਨਾਂ ਦੇ ਸਦਕਾ ਹੀ ਗੁਰੂ ਕੇ ਪਿਆਰਿਓ ਜਿਹੜੇ ਸਤਿਗੁਰੂ ਜੀ ਨੇ ਪਰਉਪਕਾਰ ਕੀਤੇ, ਉਹਨਾਂ ਦੇ ਪਰਉਪਕਾਰ ਨਾ ਤੇ ਪਿਆਰਿਓ ਕੋਈ 10-15 ਨੇ ਜਾਂ 100 ਨੇ ਜਾਂ 1000 ਜਾਂ ਲੱਖਾਂ ਕਰੋੜਾਂ ਨੇ, ਗਿਣੇ ਨਹੀਂ ਜਾ ਸਕਦੇ। ਪਰ ਜੇ ਉਹਨਾਂ 'ਚੋਂ ਮੋਟੇ ਜਿਹੇ ਤੌਰ 'ਤੇ ਵਿਦਵਾਨ ਲੋਕਾਂ ਨੇ ਨਾ 6 ਪੱਖਾਂ ਨੂੰ ਉਚੇਚੇ ਤੌਰ 'ਤੇ ਵੱਖਰਾ ਨਿਖੇੜਿਆ ਹੈ। ਉਹ 6 ਪੱਖ ਉਹਨਾਂ ਨੇ ਦਰਸਾਏ ਨੇ, ਜਿਹੜੇ ਸਤਿਗੁਰੂ ਜੀ ਦੀ ਮਹਿਮਾ ਦੇ ਵਿੱਚੋਂ ਇੱਕ ਤਾਂ ਇਹ ਵੀ ਗੁਰੂ ਰਾਮਦਾਸ ਪਿਤਾ ਜੀ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਸਥਾਪਨਾ ਕੀਤੀ ਹੈ। ਦੂਸਰਾ ਇਹਦੇ ਨਾਲ ਉਹਨਾਂ ਨੇ ਮਸੰਦਾਂ ਦਾ ਸਿਸਟਮ ਜਿਹੜਾ ਸ਼ੁਰੂ ਕੀਤਾ ਸੀ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਤੀਸਰੀ ਉਹਨਾਂ ਨੇ ਕਿਰਪਾ ਕੀਤੀ ਵੀ ਸਿੱਖਾਂ ਦਾ ਇੱਕ ਕੇਂਦਰ ਬਣੇ, ਕੇਂਦਰ ਜਿੱਥੇ ਸਾਰੀ ਕੌਮ ਇੱਕ ਜਗ੍ਹਾ 'ਤੇ ਇਕੱਠੀ ਹੋਵੇ, ਉਹਨੂੰ ਹਰ ਕੋਈ ਆਪਣਾ ਸਮਝੇ ਵੀ ਮੇਰਾ ਹੀ ਅਸਥਾਨ ਹੈ ਅਤੇ ਉੱਥੇ ਆਉਣੇ ਆਪਣੇ ਧਨ ਭਾਗ ਸਮਝੇ। ਚੌਥਾ ਇਹਦੇ ਨਾਲ ਸਤਿਗੁਰੂ ਜੀ ਨੇ ਮਰਿਆਦਾ ਰਹੁ ਰੀਤਾਂ ਜਿਹੜੀਆਂ ਵੱਖ-ਵੱਖ ਸਨ ਉਹਨਾਂ ਨੂੰ ਪੱਕਾ ਕੀਤਾ, ਮਰਿਆਦਾ ਪੱਕੀ ਕੀਤੀ ਵੀ ਸਿੱਖ ਦਾ ਜੀਵਨ ਕਿਹੋ ਜਿਹਾ ਹੋਵੇਗਾ। ਜਨਮ ਵੇਲੇ, ਵਿਆਹ ਵੇਲੇ, ਮੌਤ ਵੇਲੇ ਕੋਈ ਵੀ ਕੰਮ ਕਰਨਾ ਹੈ ਅਤੇ ਸਿੱਖ ਕਿਹੜੇ ਉਹ ਕੰਮ ਕਿਸ ਮਰਿਆਦਾ ਵਿੱਚ ਰਹਿ ਕੇ ਕਰੇ। ਸਤਿਗੁਰੂ ਜੀ ਨੇ ਚੌਥੀ ਬਖਸ਼ਿਸ਼ ਕੀਤੀ ਸਾਡੇ ਉੱਪਰ, ਉਹ ਮਰਿਆਦਾ ਪੱਕੀਆਂ ਕਰਕੇ ਦਸੀਆਂ ਨੇ। ਪੰਜਵੀਂ ਜਿਹੜਾ ਉਦਾਸੀ ਸਨ ਉਹ ਹੌਲੀ ਹੌਲੀ ਇੱਕ ਵੱਖਰਾ ਫਿਰਕਾ ਜਿਹਾ ਬਣਾਉਣ ਲੱਗ ਪਏ। ਉਹਨਾਂ ਨੂੰ ਦੁਬਾਰਾ ਮੇਲੇ ਆਏ। ਇਹ ਸਿਖਾਇਆ ਵੀ ਕਿਵੇਂ ਜੇਕਰ ਕੋਈ ਆਪਣੇ ਭੈਣ ਭਰਾ ਵਿਛੜਦਾ ਹੌਲੀ ਹੌਲੀ ਦੂਰ ਹੋਣ ਲੱਗਦਾ ਅਤੇ ਉਹਨੂੰ ਨੇੜੇ ਕਿਵੇਂ ਲਿਆਉਣਾ ਹੈ। ਅਤੇ 6ਵਾਂ ਕਿਰਪਾ ਕੀਤੀ ਨੇ ਵੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਖਸ਼ਿਸ਼ ਜਿਹੜੀ ਹੈ ਇਹ ਸਹੀ ਹੱਥਾਂ ਵਿੱਚ ਜਾਂਦੀ ਹੈ। ਦਾਅਵਾ ਭਾਵੇਂ ਕੋਈ ਕਰ ਲਵੇ ਇਹਦੇ 'ਤੇ, ਕੋਈ ਬੱਚਿਆਂ ਦਾ ਦਾਅਵਾ ਕਰੇ ਵੀ ਪਿਓ ਪੁੱਤਰ ਦਾ ਕਰੇ, ਪੈਸੇ ਦਾ ਕਰੇ ਵੀ ਇੰਨਾ ਚਿਰ ਮੈਂ ਸੇਵਾ ਕੀਤੀ, ਨਹੀਂ, ਇੱਥੇ ਉਹਨੂੰ ਦਾਤ ਮਿਲਦੀ ਜਿਹੜਾ ਅੰਤਾਂ ਦਾ ਨੀਵਾਂ ਖੋ ਕੇ ਇਸ ਘਰ ਵਿੱਚ ਆ ਕੇ ਸੇਵਾ ਕਰਦਾ ਹੈ। ਤੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰੂ ਅਮਰਦਾਸ ਪਿਤਾ ਜੀ ਨੇ ਜਿਹੜੇ ਬਚਨ ਕਹੇ ਉਹ ਬੜੇ ਪਿਆਰੇ ਨੇ। ਭਾਈ ਮਨੀ ਸਿੰਘ ਸਾਹਿਬ ਜੀ ਨੇ ਉਹ ਬਚਨ ਜਦੋਂ ਅੰਕਿਤ ਕੀਤੇ ਨੇ ਡਾਢੇ ਪਿਆਰਾਂ ਨਾਲ। ਗੁਰੂ ਅਮਰਦਾਸ ਪਿਤਾ ਜੀ ਕਹਿਣ ਲੱਗੇ, ਪੁਰਖਾ ਅਸੀਂ ਚਾਹੁੰਦੇ ਹਾਂ ਮਦਰ ਦੇਸ਼ ਅੰਦਰ, ਇਸ ਮਾਝੇ ਨੂੰ ਮਦਰ ਦੇਸ਼ ਅੰਦਰ ਕੋਈ ਇਹੋ ਜਿਹਾ ਤੀਰਥ ਬਣਾਇਆ ਜਾਵੇ ਜਿਸ ਤੀਰਥ 'ਤੇ ਸਾਰੇ ਤੀਰਥਾਂ ਦਾ ਫਲ ਇੱਕੋ ਜਗ੍ਹਾ 'ਤੇ ਹੀ ਮਨੁੱਖਤਾ ਨੂੰ ਮਿਲ ਜਾਵੇ। ਉਹ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਬਣਾਇਆ। ਪਿਆਰਿਓ, ਸਿੱਖਾਂ ਦੀ ਭਗਤ ਮਾਲਾ ਵਿੱਚ ਬੜੇ ਪਿਆਰੇ ਬਚਨ ਲਿਖੇ ਹੋਏ ਨੇ। ਉਹ ਬਚਨ ਉਚੇਚਾ ਸਾਡਾ ਧਿਆਨ ਮੰਗਦੇ ਅਤੇ ਉਹ ਬਚਨ ਸੱਚੇ ਹੋ ਰਹੇ ਨੇ। ਅੱਜ ਆਪਾਂ ਸਾਰੇ ਉਹਦਾ ਆਨੰਦ ਮਾਣ ਰਹੇ ਹਾਂ। ਧੰਨ ਗੁਰੂ ਅਮਰਦਾਸ ਪਿਤਾ ਜੀ ਕਹਿਣ ਲੱਗੇ, ਪੁਰਖਾ ਕਲਯੁਗ ਦੇ ਅੰਦਰ ਲੋਕਾਂ ਦੀਆਂ ਜੀਵਾਂ ਦੀਆਂ ਆਰਜਾਵਾਂ ਛੋਟੀਆਂ ਨੇ, ਬੁੱਧਾਂ ਮੋਟੀਆਂ ਨੇ। ਇਹੋ ਜਿਹਾ ਕੋਈ ਤੀਰਥ ਰਚਿਆ ਜਾਵੇ ਜਿਹਦੇ ਤੇ ਨਾਲ ਜੀਵਨ ਦਾ ਰਾਹ ਵੀ, ਜੀਵਨ ਦੀ ਜਾਂਚ ਸਮਝ ਆਵੇ,
ਵਿਵੇਕ ਬੁੱਧ ਮਿਲੇ ਤੇ ਬੜੇ ਥੋੜੇ ਸਮੇਂ ਵਿੱਚ ਇਹ ਕਲਾ ਵਰਤ ਜਾਵੇ। ਮਤਲਬ ਸੀ ਇਹੋ ਜਿਹਾ ਪਰਉਪਕਾਰ ਕਰੀਏ, ਕਿਉਂਕਿ ਉਮਰਾਂ ਛੋਟੀਆਂ ਨੇ, ਪਹਿਲੇ ਉਮਰਾਂ ਵੱਡੀਆਂ ਸੀ, ਲੋਕ ਕਿੰਨਾ ਕਿੰਨਾ ਚਿਰ ਜਪ ਤਪ ਕਰਦੇ, ਹੁਣ ਤੇ ਪਤਾ ਹੀ ਨਹੀਂ, ਬਹੁਤ ਉਮਰਾਂ ਛੋਟੀਆਂ ਨੇ। ਪਰ ਦੂਸਰੇ ਪਾਸੇ ਕਲਯੁਗ ਕਰਕੇ ਬੁੱਧਾਂ ਮੋਟੀਆਂ ਨੇ, ਪੈਸੇ ਦਾ ਪ੍ਰਭਾਵ, ਕਲਾ ਕਲੇਸ਼, ਥੋੜੇ ਚਿਰ ਵਿੱਚ ਹੀ ਜੀਵਨ ਦੀ ਜਾਂਚ ਆ ਜਾਵੇ ਤੇ ਵਿਵੇਕ ਬੁੱਧ ਮਿਲ ਜਾਵੇ, ਇਹੋ ਜਿਹਾ ਕੋਈ ਤੀਰਥ ਰਚਿਆ ਜਾਵੇ। ਗੁਰੂ ਅਮਰਦਾਸ ਪਿਤਾ ਜੀ ਨੇ ਹੁਕਮ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨੀਂਹ ਰਖਾਈ ਸੀ। ਨਾਮ ਬਦਲਦੇ ਰਹੇ ਨਾ, ਗੁਰੂ ਕੇ ਪਿਆਰੇ, ਗੁਰੂ ਕਾ ਚੱਕ ਵੀ, ਚੱਕ ਰਾਮਦਾਸਪੁਰ ਵੀ, ਫਿਰ ਅੰਮ੍ਰਿਤਸਰ ਸਾਹਿਬ ਸ਼ਹਿਰ ਇਹ ਨਾਮ ਪਿਆ ਹੈ। ਪਹਿਲੀ ਕਿਰਪਾ ਕੀਤੀ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੇ ਸਾਡੇ ਉੱਪਰ ਇਹ ਨਗਰ ਵਸਾਣਾ। ਨਗਰ ਤੇ ਮੁਗਲ ਵੀ ਵਸਾਉਂਦੇ ਸਨ, ਪਰ ਜਿਸ ਢੰਗ ਨਾਲ ਨਗਰ ਸਤਿਗੁਰਾਂ ਨੇ ਵਸਾਏ ਨੇ, ਉਹਨਾਂ ਦੀ ਵਿਸ਼ੇਸ਼ਤਾ ਹੈ। ਉਹ ਲੋਕ ਉੱਚੇ ਨੀਵੇਂ ਦਾ ਭੇਦ ਰੱਖਦੇ ਸਨ, ਪਰ ਅੰਮ੍ਰਿਤਸਰ ਸ਼ਹਿਰ ਵਸਾਇਆ ਕਿਉਂਕਿ ਸਤਿਗੁਰਾਂ ਨੇ ਸ਼ਹਿਰ ਵਸਾਏ ਨਾ। ਕਰਤਾਰਪੁਰ ਵਸਾਇਆ, ਸ੍ਰੀ ਗੋਇੰਦਵਾਲ ਸਾਹਿਬ ਵਸਾਇਆ ਸ਼ਹਿਰ, ਇਸੇ ਤਰ੍ਹਾਂ ਕਰਤਾਰਪੁਰ ਜਲੰਧਰ ਵਸਾਇਆ, ਕੀਰਤਪੁਰ ਸਾਹਿਬ ਵਸਾਇਆ, ਅਨੰਦਪੁਰ ਸਾਹਿਬ ਵਸਾਇਆ, ਪੌਂਟਾ ਸਾਹਿਬ ਵਸਾਏ ਨੇ, ਸ਼ੇਰਟਾ ਸਾਹਿਬ, ਤਰਨ ਤਾਰਨ, ਕਈ ਅਨੇਕਾਂ ਨਗਰ, ਪਰ ਉਹਨਾਂ ਨਗਰਾਂ ਦੇ ਵਿੱਚ ਬਖਸ਼ਿਸ਼ ਵਰਤਦੀ। ਗੱਲ ਅੱਜ ਕਰੀਏ ਕੇਵਲ ਤੇ ਕੇਵਲ ਆਪਣਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ, ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜੋ ਗੁਰੂ ਅਮਰਦਾਸ ਪਿਤਾ ਜੀ ਦੇ ਬਚਨ ਸਨ। ਗੁਰੂ ਰਾਮਦਾਸ ਪਿਤਾ ਜੀ ਨੇ ਉਸ ਨਗਰੀ ਨੂੰ ਵਸਾ ਕੇ ਉਹ ਬਖਸ਼ਿਸ਼ ਕੀਤੀ ਹੈ। ਇੱਕ ਜਾਦੂਨਾਥ ਸਰਕਾਰ ਵਿਦਵਾਨ ਨੇ, ਉਹ ਲਿਖਦਾ ਏ ਵੀ ਸ਼ਹਿਰ ਵਸਣ ਨਾਲ ਨਾ ਜਿਹੜੇ ਲੋਕਾਂ 'ਚ ਸੀ ਨਾ ਵੀ ਹਿੰਦੂ ਤੀਰਥਾਂ 'ਤੇ ਜਾਵਾਂਗੇ ਫਿਰ ਪਾਪ ਤੁਪਣਗੇ, ਉਹ ਸਾਰਾ ਹੀ ਖਿਆਲ ਕਿਧਰੇ ਉੱਡ ਗਿਆ। ਹਰ ਕੋਈ ਇੱਥੇ ਇਸੇ ਸਰੋਵਰ ਜਿਹੜਾ ਗੁਰੂ ਅਮਰਦਾਸ ਪਿਤਾ ਜੀ ਨੇ ਹੁਕਮ ਕੀਤਾ ਸੀ, ਗੁਰੂ ਰਾਮਦਾਸ ਪਿਤਾ ਜੀ ਨੇ ਸਰੋਵਰ ਵੀ ਤਿਆਰ ਕਰਵਾਇਆ ਤੇ ਸ਼ਹਿਰ ਵਸਾਇਆ ਅੰਮ੍ਰਿਤਸਰ ਸਾਹਿਬ। ਇੱਥੋਂ ਜਿਹੜਾ ਲੋਕਾਂ ਦਾ ਖਿਆਲ ਬਾਹਰ ਤੀਰਥਾਂ 'ਤੇ ਜਾਣ ਦਾ ਉੱਡ ਗਿਆ ਤੇ ਹਰ ਕੋਈ ਇੱਥੇ ਆ ਕੇ ਆਪਣੇ ਪਾਪਾਂ ਦੀ ਮੈਲ ਧੋਂਦਾ ਤੇ ਇੱਥੋਂ ਜੀਵਨ ਜਾਚ ਮਿਲਦੀ ਹੈ। ਜਦੋਂ ਜਿਹੜਾ ਬਚਨ ਨੇ ਕਿੰਨੇ ਸੱਚੇ ਨੇ। ਮਹਾਰਾਜ ਨੇ ਕਿਹਾ ਸੀ ਵੀ ਥੋੜੇ ਚਿਰ ਵਿੱਚ ਜੀਵਨ ਜਾਚ ਮਿਲੇ ਤੇ ਵਿਵੇਕ ਬੁੱਧ ਮਿਲੇ। ਇੱਕ ਮਹਾਂਪੁਰਸ਼ ਹੋਏ ਨੇ ਬਾਬਾ ਤਾਰਾ ਸਿੰਘ ਜੀ, ਉਹਨਾਂ ਦਾ ਪਿੰਡ ਵੀ ਉੱਥੋਂ ਅੰਮ੍ਰਿਤਸਰ ਤੋਂ ਨੇੜੇ ਛੱਡਣ ਪਿੰਡ ਦੇ ਸਨ। ਅਤੇ ਉਹਨਾਂ ਨੇ ਜਦੋਂ ਜੀਵਨ ਦੀ ਸ਼ੁਰੂਆਤ ਕੀਤੀ, ਆਮ ਜਿਵੇਂ ਬੱਚਿਆਂ ਦੀ ਤਰ੍ਹਾਂ ਮਾਲ ਡੰਗਰ ਵੀ ਚਾਰੇ, ਥੋੜ੍ਹਾ ਜਿਹਾ ਪੜ੍ਹੇ ਵੀ, ਵਧੀਆ ਕੱਪੜੇ ਲੀੜੇ ਵੀ ਪਾਏ, ਪਰ ਫਿਰ ਸਤਿਗੁਰੂ ਵੱਲੋਂ ਰੰਗ ਲੱਗ ਗਏ। ਉਹ ਅੰਮ੍ਰਿਤਸਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗਏ, ਕੀਰਤਨ ਸੁਣਿਆ, ਹਰਿਮੰਦਰ ਸਾਹਿਬ ਅਲਮੂਹ ਕੀਤਾ। ਇਹੋ ਜਿਹਾ ਆਨੰਦ ਆਇਆ, ਕਹਿੰਦੇ ਹੁਣ ਕਿਧਰੇ ਨਹੀਂ ਜਾਣਾ। ਵਿਆਹੇ ਸਨ, ਕੁਛ ਦਿਨ ਆਏ ਨਹੀਂ, ਘਰਵਾਲੀ ਆਈ, ਨਾਲ ਮਾਂ ਆਈ, ਆ ਕੇ ਬੱਚੇ ਵੀ ਅੱਗੇ ਕੀਤੇ ਵੀ ਇੱਥੇ ਸਮਾਧੀ ਲਾ ਕੇ ਬੈਠੇ ਹੋ ਸਾਰਾ ਦਿਨ, ਤੁਸੀਂ ਆਓ, ਘਰ ਆਓ। ਉਹ ਬੱਚਿਆਂ ਨੇ ਇਹਨਾਂ ਕੋਲ ਛੱਡ ਕੇ ਨਾ ਆਪਰਾ ਹੋ ਗਈਆਂ ਵੀ ਚਲੋ ਇਹਦੇ ਨਾਲ, ਇਹਨਾਂ ਦੇ ਮਨ ਵਿੱਚ ਬੱਚਿਆਂ ਦਾ ਮੋਹ ਜਾਗੇਗਾ, ਘਰ ਆ ਜਾਣਗੇ। ਉਹਨਾਂ ਖਿਆਲ ਹੀ ਨਹੀਂ ਕੀਤਾ, ਨਾ ਘਰਵਾਲੀ ਦੀ ਪਰਵਾਹ ਨਾ ਬੱਚਿਆਂ ਦੀ। ਇਹੋ ਜਿਹੀ ਗੁਰੂ ਰਾਮਦਾਸ ਪਿਤਾ ਜੀ ਨੇ ਖਿੱਚ ਪਾਈ, ਉਹ ਬੱਚਿਆਂ ਨੂੰ ਛੱਡ ਕੇ ਪਰਾ ਹੋ ਗਏ, ਮਾਈਆਂ ਲੈ ਗਈਆਂ ਬੱਚਿਆਂ ਨੂੰ, ਘਰ ਪੇ ਨਹੀਂ ਆਉਂਦੇ। ਉਹ ਜਦੋਂ ਅੰਮ੍ਰਿਤ ਵੇਲੇ ਤੋਂ ਰਾਤ ਤੱਕ 17-18 ਘੰਟੇ ਸਮਾਧੀ ਲਾ ਕੇ ਬਹਿੰਦੇ, ਉੱਠਣਾ ਉਹਨਾਂ ਨੂੰ ਭੁੱਲ ਗਿਆ, ਖਾਣਾ ਪੀਣਾ ਭੁੱਲ ਗਿਆ। ਰਾਤ ਨੂੰ ਥੋੜ੍ਹਾ ਬਹੁਤਾ ਕਿਰਿਆ ਕਰਕੇ ਨਾਲੇ ਇਸ਼ਨਾਨ ਕਰ ਆਉਣਾ ਅਤੇ ਨਾਲੇ ਥੋੜ੍ਹਾ ਬਹੁਤਾ ਛਕ ਲੈਣਾ। 17-18 ਘੰਟੇ ਬਸ ਬੈਠੇ ਨੇ ਅਤੇ ਉੱਥੇ ਬੈਠੇ ਨੇ। ਇੱਕਦਮ ਜੀਵਨ ਜਾਚ ਦੇਣ ਵਾਲੇ ਇਹ ਧੰਨ ਗੁਰੂ ਰਾਮਦਾਸ ਪਿਤਾ ਜੀ ਨੇ ਉਹ ਦਾਤ ਜਿਹਨੂੰ ਰੂਹਾਨੀਅਤ ਦੀ ਦਾਤ ਕਹਿੰਦੇ। ਇਹ ਜਿਹੜਾ ਅੰਦਰ ਇੱਕਦਮ ਜੁੜ ਜਾਣਾ, ਜੋਗੀਆਂ ਨੂੰ ਸੈਂਕੜੇ ਸਾਲ ਲੱਗਦੇ ਨੇ। ਪਿਆਰਿਓ, ਅੱਜ ਵੇਖਦੇ ਹੋ ਨਾ, ਕਿਸੇ ਵੀ ਮੁਲਕ ਦਾ ਰਹਿਣ ਵਾਲਾ, ਥੋੜ੍ਹੀ ਜਿਹੀ ਭਾਵਨਾ ਵਾਲਾ ਬੰਦਾ ਖੋਵੇ ਸਹੀ, ਕਈਆਂ ਨੂੰ ਤਾਂ ਬੋਲੀ ਵੀ ਨਹੀਂ ਆਉਂਦੀ। ਮੈਂ ਇਕੱਲੀ ਸਿੱਖਾਂ ਦੀ ਨਹੀਂ ਗੱਲ ਕਰ ਰਿਹਾ, ਚਾਹੇ ਅੰਗਰੇਜ਼ ਹੋਣ, ਚਾਹੇ ਕਾਲੇ ਹੋਣ, ਚਾਹੇ ਉਹ ਯੂਰਪ ਦੇ ਹੋਣ, ਅਤੇ ਚਾਹੇ ਪਿਆਰਿਓ ਕਿਸੇ ਹੋਰ ਏਸ਼ੀਆ ਦੇ ਕਿਸੇ ਕੋਨੇ ਦੇ ਹੋਣ, ਹਰ ਕਿਸੇ ਨੂੰ ਆਉਂਦਿਆਂ ਸਾਰ ਬਗੈਰ ਉਪਦੇਸ਼ ਤੋਂ ਇੱਕਦਮ ਅੰਦਰੋਂ ਖਿੱਚ ਪੈਂਦੀ, ਸੁਰਤੀ ਬਦਲਦੀ ਹੈ।
ਇੱਕ ਨਹੀਂ, ਅਸੀਂ ਅਨੇਕਾਂ ਉਦਾਹਰਨਾਂ ਵੇਖਦੇ ਹਾਂ। ਬਾਬਾ ਤਾਰਾ ਸਿੰਘ ਦੀ ਗੱਲ ਕਰ ਸੀ, ਗੱਲ ਸ਼ੁਰੂ ਕੀਤੀ 6 ਬਖਸ਼ਾਂ ਦੀ। ਉਹਨਾਂ 'ਚੋਂ ਪਹਿਲੀ ਬਖਸ਼ਿਸ਼ ਹੈ ਸ੍ਰੀ ਅੰਮ੍ਰਿਤਸਰ ਨਗਰ ਵਸਾਣਾ, ਉਹਦੇ ਵਿੱਚ ਸਰੋਵਰ ਤਿਆਰ ਕਰਨਾ। ਅਤੇ ਸਰੋਵਰ ਕੇਵਲ ਪਾਣੀ ਦਾ ਨਹੀਂ, ਜਿਵੇਂ ਆਮ ਹੀ ਕਈ ਵਾਰਾਂ ਸਾਡੇ ਤੋਂ ਪੁੱਲ ਹੋ ਜਾਂਦੀ, ਨਹੀਂ ਮੈਂ ਕਹਿੰਦਾ ਕੋਈ ਜਾਣ ਬੁੱਝ ਕੇ ਕਰਦਾ ਹੈ ਵੀ ਚਲੋ ਇੱਕ ਵੱਖਰਾ ਸਿੱਖਾਂ ਦਾ ਸ਼ਹਿਰ ਵਸਾ ਦਿਓ, ਫਿਰ ਕੀ ਫਰਕ ਪੈ ਜਾਏਗਾ। ਕਈ ਕਹਿਣਗੇ ਸਰੋਵਰ ਪਾਣੀ ਦੀ ਲੋੜ ਸੀ। ਇੱਥੇ ਪਾਣੀ ਨਹੀਂ, ਇੱਥੇ ਜੀਵਨ ਦੀ ਦਾਤ ਵੰਡਣ ਵਾਸਤੇ ਧੰਨ ਗੁਰੂ ਰਾਮਦਾਸ ਪਿਤਾ ਨੇ ਸਰੋਵਰ ਬਣਾਏ ਨੇ। ਜ਼ਿੰਦਗੀਆਂ ਨੂੰ ਪਰਮੇਸ਼ਰ ਦੇ ਪਿਆਰ ਵਿੱਚ ਰੰਗਣ ਲਈ ਗੁਰੂ ਕੇ ਪਿਆਰਿਓ ਬਾਅਦ ਵਿੱਚ ਹਰਿਮੰਦਰ ਸਾਹਿਬ ਵਿੱਚ ਬਣ ਗਏ ਨੇ। ਇਹ ਨਗਰੀ ਆਮ ਨਗਰੀ ਨਹੀਂ, ਮੈਂ ਦੂਰ ਦੀ ਗੱਲ ਨਹੀਂ ਕਰਦਾ, ਜਰਾ ਸ਼ਹਿਰ ਦੀ ਗੱਲ ਚੱਲੀ ਤੇ ਇੱਕ ਥੋੜ੍ਹੇ ਚਿਰ ਦੀ ਗੱਲ ਕਰਾਂ। ਅੰਮ੍ਰਿਤਸਰ ਵਿੱਚ ਇੱਕ ਮਹਾਨ ਵਿਦਵਾਨ ਰਹੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ। ਪਹਿਲਾਂ ਹਿੰਦੂ ਪਰਿਵਾਰ 'ਚ ਪੈਦਾ ਹੋਏ, ਉਹਨਾਂ ਨੂੰ ਸਤਿਗੁਰੂ ਜੀ ਦੀ ਸਿੱਖੀ ਦੀ ਦਾਤ ਮਿਲੀ, ਫਿਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਜੀਵਨ ਹੀ ਸਮਰਪਣ ਕਰ ਦਿੱਤਾ। ਜਿਨ੍ਹਾਂ ਨੇ ਗੁਰਬਾਣੀ ਵਿਆਕਰਣ ਵੀ ਲਿਖੀ, ਦੱਸਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਕਿਸੇ ਖਾਸ ਤਰਤੀਬ ਵਿੱਚ ਹੈ। ਉਹਨਾਂ ਦੀ ਸ਼ੁਰੂਆਤ ਹੋਈ ਸੀ ਆਖਰ ਸਭ ਕਰਦਾ ਫਿਰੈ, ਆਖਰ ਇੱਕ ਨਾ ਖੋਏ। ਉਹਨਾਂ ਦਾ ਮਤਲਬ ਸੀ ਵੀ ਆਖਰ ਸ਼ਬਦ ਬੋਲਣ 'ਚ ਕੋਈ ਹੈ, ਇੱਕ ਰਾਰੇ ਨੂੰ ਔਂਕੜ ਕਿਧਰੇ ਆਖਰ ਦੇ ਸਿਹਾਰੀ, ਇਹਦਾ ਕੋਈ ਖਾਸ ਮਤਲਬ ਹੈ। ਤੋ ਖੈਰ ਉਹਨਾਂ ਨੇ ਵਿਆਕਰਣ ਸ਼ੁਰੂ ਕੀਤੀ, ਪੂਰੇ ਸਤਿਗੁਰੂ ਜੀ ਨੇ ਵਿਆਖਿਆ ਦੀ ਸੇਵਾ ਲਈ। ਉਹਨਾਂ ਦੇ ਬੇਟੇ ਪਟਿਆਲੇ ਚਲੇ ਗਏ, ਨੌਕਰੀ ਕਾਰਨ ਉਹ ਵੀ ਚਲੇ ਗਏ। ਅਤੇ ਸਰਦਾਰ ਨਰਿੰਦਰ ਸਿੰਘ ਜੀ ਸੋਚ ਖੁਰਾ ਨੇ ਕਿਹਾ, ਪ੍ਰੋਫੈਸਰ ਸਾਹਿਬ ਅੰਮ੍ਰਿਤਸਰ ਸ਼ਹਿਰ ਤੋਂ ਛੱਡ ਕੇ ਪਟਿਆਲੇ ਚੱਲੇ ਹੋ, ਤੁਹਾਨੂੰ ਮੁਸ਼ਕਲ ਆਏਗੀ। ਕਾਹਦੀ ਮੁਸ਼ਕਲ? ਕਹਿੰਦੇ ਇੱਥੇ ਬੈਠ ਕੇ ਜੋ ਕੁਝ ਸੁਰਤੀ ਨੂੰ ਮਿਲਦਾ ਹੈ, ਕੋਈ ਜੀਵਨ ਦੀ ਰੋਹ ਸਹਿਜ ਸੁਭਾਏ ਬਗੈਰ ਯਤਨ ਕਰਨ ਤੋਂ ਹਵਾਵਾਂ ਗੁਰੂ ਰਾਮਦਾਸ ਪਿਤਾ ਦੀਆਂ ਬਖਸ਼ਾਂ ਦੀਆਂ ਆਉਂਦੀਆਂ ਨੇ, ਉਹ ਅੰਮ੍ਰਿਤਸਰ ਤੋਂ ਪਟਿਆਲੇ ਨਹੀਂ ਜਾਂ ਕਿਸੇ ਹੋਰ ਨਗਰੀ 'ਚ ਨਹੀਂ। ਵਿਦਵਾਨ ਸਨ, ਹੱਸੇ, ਕਹਿਣ ਲੱਗੇ ਇਹੋ ਜਿਹਾ ਵਹਿਮ ਭਰਮ ਤੁਸੀਂ ਵੀ ਕਰਦੇ ਹੋ? ਕਹਿੰਦੇ ਤੁਹਾਡੀ ਮਰਜ਼ੀ। ਚਲੇ ਗਏ। ਮਹੀਨੇ ਬਾਅਦ ਚਿੱਠੀ ਆ ਗਈ, ਸੋਚ ਜੀ ਤੁਸੀਂ ਸੱਚ ਕਹਿੰਦੇ ਸੀ, ਹੁਣ ਪਤਾ ਲੱਗਾ ਏ ਸਹਿਜ ਸੁਭਾਏ ਉੱਥੇ ਦਾਤ ਮਿਲ ਗਈ ਸੀ, ਅਤੇ ਸੋਚਿਆ ਸੀ ਸ਼ਾਇਦ ਇਹ ਵੈਸੇ ਹੀ ਹੈ ਜਿਹੜਾ ਅੰਦਰ ਦਾ ਟਿਕਾਊ ਜੋ ਕੁਝ ਪਵਿੱਤਰ ਖਿਆਲ ਉਸ ਨਗਰੀ ਵਿੱਚ ਆਉਂਦੇ ਸਨ, ਇਸ ਨਗਰੀ 'ਚ ਨਹੀਂ ਆਉਂਦੇ, ਵਾਪਸ ਆਉਣਾ ਪੈ ਗਿਆ ਸੀ। ਇੱਥੇ ਦਾਤ ਮਿਲਦੀ ਹੈ, ਜੀਵਨ ਦਾਤ ਦਿੰਦੇ ਨੇ। ਸਾਨੂੰ ਬੜਾ ਸ਼ਰਧਾ ਅਤੇ ਪਿਆਰ ਨਾਲ ਜਾਣ ਦੀ ਲੋੜ ਹੁੰਦੀ। ਕਈ ਵਾਰ ਅਸੀਂ ਭੱਜੇ ਜਾ ਕੇ ਭੱਜੇ ਆ ਜਾਂਦੇ ਹਾਂ। ਹਾਂ, ਉਹ ਬਦਕਿਸਮਤੀ ਹੈ ਜਿਹੜੇ ਅੰਮ੍ਰਿਤਸਰ ਨਗਰੀ ਵਿੱਚ ਵੀ ਰਹਿ ਕੇ ਨਸ਼ਿਆਂ ਦੀ ਵਰਤੋਂ ਕਰਨ, ਮਹਾਰਾਜ ਦੀ ਬਾਣੀ ਤੋਂ ਲਾਭ ਨਾ ਲੈਣ, ਕੇਸ ਕਟਾਣ, ਤੰਬਾਕੂ ਨਸ਼ੇ ਵਰਤਨ, ਮੀਟ ਨੂੰ ਖਾਣ, ਆਂਡਿਆਂ ਦੀ ਵਰਤੋਂ ਕਰਨ। ਇਹੋ ਜਿਹੇ ਕਰਮ ਕਰਨੇ ਜਿਹੜੇ ਮਾੜੇ ਕਰਮ ਨੇ, ਮੰਦੇ ਭਾਗ ਨੇ। ਗੁਰੂ ਕੇ ਪਿਆਰਿਓ ਸੱਚ ਕਹਿੰਦੇ ਨੇ, ਕਮਲ ਫੁੱਲ ਕੋਲੋਂ ਕਈ ਵਾਰ ਭੌਰੇ ਆ ਕੇ ਲਾਭ ਲੈ ਜਾਂਦੇ ਨੇ, ਡੱਡੂ ਕੋਲ ਰਹਿ ਕੇ ਵੀ ਖਾਲੀ ਰਹਿ ਜਾਂਦਾ ਹੈ। ਪਰ ਫੁੱਲ ਦਾ ਕਸੂਰ ਨਹੀਂ, ਡੱਡੂ ਬਿਰਤੀ ਦਾ ਕਸੂਰ ਹੈ। ਸਤਿਗੁਰੂ ਹਰ ਕਿਸੇ ਨੂੰ ਉਹ ਦਿੰਦੇ ਨੇ ਦਾਤਾਂ, ਪਰ ਲੈਣ ਵਾਲੇ ਦੀ ਭਾਵਨਾ ਵੀ ਤੇ ਹੋਵੇ। ਪਿਆਰਿਓ, ਜੋ ਬਚਨ ਕਿੰਨਾ ਕੀਮਤੀ ਸਾਡੀਆਂ ਇਹ ਲਿਖਤਾਂ ਵਿੱਚ ਪਏ ਨੇ। ਭਈ ਸਾਹਿਬ ਨੇ ਕਿਹਾ ਥੋੜ੍ਹੇ ਚਿਰ ਵਿੱਚ ਜੀਵਨ ਦੀ ਦਾਤ ਮਿਲੇ ਤੇ ਵਿਵੇਕ ਬੁੱਧ ਮਿਲੇ। ਇੱਕ ਨਾ ਸਾਧ ਸੰਗਤ ਅੰਗਰੇਜ਼ ਡਾਕਟਰ ਸਿਓਖ ਹੋਇਆ ਹੈ, ਉਸ ਦੀ ਰੁਚੀ ਸੀ ਪਈ ਉਹ ਧਰਮ ਦੀ ਸਟੱਡੀਆਂ ਕਰਦਾ, ਵੱਖਰੇ ਇੰਡੀਆ ਗਿਆ। ਡਾਕਟਰ ਇਕਬਾਲ ਸਿੰਘ ਅਹੂਜਾ, ਜਿਨ੍ਹਾਂ ਨੇ ਇਕਬਾਲ ਨਰਸਿੰਗ ਹੋਮ ਲੁਧਿਆਣੇ ਪੜ੍ਹਾਇਆ ਹੈ, ਉਹਨਾਂ ਨੂੰ ਮਿਲੇ, ਗੱਲਾਂ ਬਾਤਾਂ ਰੱਬ ਦੀਆਂ ਖੋਈਆਂ। ਉਹਨੇ ਸਵਾਲ ਪੁੱਛੇ, ਉਹਦੀ ਤਸੱਲੀ ਨਹੀਂ ਖੋਈ ਫਿਰ ਰੱਬ ਕੋਈ ਚੀਜ਼ ਹੈ, ਇਸ ਨੂੰ ਐਵੇਂ ਖਿਆਲ ਹੀ ਕੀਤਾ ਜਾਂਦਾ ਹੈ। ਜਦੋਂ ਨਾ ਸਮਝੋ, ਕਹਿਣ ਲੱਗੇ ਚਲੋ ਤੁਹਾਨੂੰ ਅੰਮ੍ਰਿਤਸਰ ਲੈ ਕੇ ਚੱਲਦੇ ਹਾਂ। ਲੈ ਗਏ, ਉਹਨਾਂ ਨੂੰ ਸਾਰਾ ਸਮਝਾਇਆ ਬੁਝਾਇਆ। ਰਾਤੀ 2 ਵਜੇ ਉਠਾ ਲਿਆ ਵੀ ਅੰਮ੍ਰਿਤ ਵੇਲੇ ਲੈ ਕੇ ਚੱਲੀਏ। ਜਦੋਂ ਉਠਾਇਆ ਤਰਬ ਕੇ ਉੱਠਿਆ। ਇਹ ਰਾਤਾਂ ਨੂੰ ਨਾ ਪਹਿਲੀ ਰਾਤ 'ਤੇ ਜਾਗ ਸਕਦੇ ਨੇ, ਸਵੇਰੇ ਉੱਠਣਾ ਮੁਸ਼ਕਲ ਹੈ, ਉਹ ਤਾਂ ਰੱਬ ਦਾ ਪਿਆਰਾ ਹੀ ਉੱਠੇਗਾ ਨਾ। ਕਹਿਣ ਲੱਗੇ ਪਹਿਲਾਂ ਕਹਿੰਦਾ ਸਾਂ ਵੀ ਤੁਸੀਂ ਸੌਂਦੇ ਨਹੀਂ, ਭਈ ਤੁਸੀਂ ਹੁਣ ਉਲਟੀ ਉਹਦੀ ਉਹ ਜਿਹੜਾ ਸੁਭਾਅ ਸੀ, ਜਿਹੜਾ ਡਾਇਲੌਗ ਸੀ, ਉਹਦਾ ਬਦਲ ਗਿਆ। ਉਹ ਕਹਿੰਦਾ ਤੁਸੀਂ ਸੁੱਤੇ ਰਹਿੰਦੇ ਹੋ, ਹੁਣ ਕਹਿੰਦਾ ਤੁਸੀਂ ਤੇ ਸੌਂਦੇ ਨਹੀਂ, ਰਾਤਾਂ ਨੂੰ ਵੀ ਉੱਠ ਖਲੋਂਦੇ ਹੋ।
ਹੱਸਦੇ ਰਹੇ ਤੇ ਲੈ ਗਏ। ਉਹਨੂੰ ਕਿਹਾ ਵੀ ਚੱਲ ਕੱਪੜੇ ਪਾ ਤੇ ਚਲੀਏ। ਜਦੋਂ ਹੀ ਅੰਮ੍ਰਿਤ ਵੇਲੇ ਪਰਿਕਰਮਾ 'ਚ ਜਾਂਦੇ ਸਰੋਵਰ 'ਚ ਨੂੰ ਤੱਕਦੇ ਨੇ, ਹਰਿਮੰਦਰ ਸਾਹਿਬ ਤੇ ਲਿਸ਼ਕ ਪੈਂਦੀ ਏ। ਇੱਕਦਮ ਪਰਿਕਰਮਾ ਵਿੱਚ ਜਾਂਦਿਆਂ ਸਾਰੀ ਜਿਹੜੀ ਜੀਵਨ ਸੀ ਅੰਦਰੋਂ ਕੁਝ ਬਦਲ ਗਿਆ। ਖੁਦ ਨੂੰ ਨਹੀਂ ਪਤਾ ਹੀ ਕੀ ਬਦਲਿਆ ਹੈ। ਨਮਸਕਾਰ ਕਰਦੇ ਨੇ। ਉੱਥੇ ਦੱਸਿਆ ਗਿਆ ਭਈ ਮੋਟਾ ਜਿਹਾ ਇਤਿਹਾਸ ਸੁਣਦੇ ਗਏ ਕਿਸੇ ਹੋਰ ਹੀ ਰੰਗ ਵਿੱਚ। ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਤੋਂ ਪਹਿਲਾਂ ਕਿਉਂਕਿ ਪਹੁੰਚੇ ਨੇ, ਕੀਰਤਨ ਸ਼ੁਰੂ ਹੈ, ਜਦੋਂ ਸਾਹਿਬ ਆਏ ਨੇ, ਹੁਕਮਨਾਮਾ ਸੁਣਿਆ, ਉਦੋਂ ਤੱਕ ਡਾਕਟਰ ਸਿਓ ਉਹ ਨਹੀਂ ਸੀ ਰਹਿ ਗਿਆ ਜਿਹੜੇ ਜ਼ਿੰਦਗੀ ਦੇ ਉਸਨੇ ਪਹਿਲਾਂ 50-60 ਸਾਲ ਬਤੀਤ ਕੀਤੇ ਸਨ। ਰੋਈ ਜਾਵੇ, ਰੋਈ ਜਾਵੇ। ਡਾਕਟਰ ਇਕਬਾਲ ਸਿੰਘ ਨੇ ਇੱਕ ਦੋ ਵਾਰ ਪੁੱਛਿਆ, ਠੀਕ ਹੋ? ਕਹਿੰਦਾ ਠੀਕ ਹਾਂ। ਬਾਹਰ ਆ ਕੇ ਇੱਕੋ ਗੱਲ ਉਹਨੇ ਕਹੀ ਸੀ, ਕਹਿੰਦੇ ਮੈਂ ਤੇ ਰੱਬ ਬਾਰੇ ਤੇਰੇ ਕੋਲ ਪੁੱਛਦਾ ਸਾਂ ਪਈ ਹੈ ਕਿ ਨਹੀਂ। ਇਸ ਜਗ੍ਹਾ 'ਤੇ ਮੈਨੂੰ ਪ੍ਰਤੱਖ ਦਿਖਾਈ ਦਿੱਤਾ ਹੈ ਤੁਸੀਂ ਉਹ ਰੱਬ। ਕਹਿੰਦੇ ਮੈਂ ਉਹਨੂੰ ਮਾਣਿਆ ਹੈ, ਮੈਂ ਉਹਨੂੰ ਜਾਣਿਆ ਹੈ। ਮੈਂ ਅੱਜ ਉਸ ਦੀ ਗੋਦ ਵਿੱਚ ਹਾਂ, ਪਰ ਉਸ ਤੋਂ ਬਾਅਦ ਖਾਮੋਸ਼ ਹੋ ਗਏ, ਬੋਲੇ ਨਹੀਂ। ਬੋਲੀਆਂ ਮੁੱਕ ਜਾਂਦੀਆਂ, ਉਹਦੇ ਪਿਆਰਾਂ 'ਚ ਭਿੱਜ ਕੇ ਸ਼ਬਦ ਮੁੱਕ ਜਾਂਦੇ ਨੇ। ਸੱਚ ਕਿਹਾ ਹੈ ਨਾ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਪਣੇ ਬਚਨ ਨੇ, ਗੁਰੂ ਕੇ ਪਿਆਰਿਓ, ਜਿਹਦੇ ਵਿੱਚ ਮੇਰੇ ਗਰੀਬ ਅਨਵਾਜ ਪਾਤਸ਼ਾਹ ਜੀ, ਕਿਉਂਕਿ ਵੇਖਾਂਗੇ ਨਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਨਿਮਰਤਾ ਅੰਤਾਂ ਦੀ ਭਰੀ ਹੋਈ ਹੈ। ਸਾਹਿਬ ਗੁਰੂ ਸਾਹਿਬ ਬਾਰੇ ਕਹਿੰਦੇ, ਜੋ ਤੋਈ ਹੈ ਨਾ ਬਚਨ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਮੈਂ ਸਤਿਗੁਰੂ ਤੁਹਾਡੇ ਗੁਣ ਕੀ ਬਿਆਨ ਕਰਾਂ, ਜਦੋਂ ਤੁਸੀਂ ਬੋਲਦੇ ਹੋ ਤੇ ਵਿਸਮਾਦ ਦੀ ਹਾਲਤ ਬਣ ਜਾਂਦੀ ਹੈ। ਇੱਥੇ ਗੁਰੂ ਰਾਮਦਾਸ ਪਿਤਾ ਜੀ ਬੋਲਦੇ ਨੇ, ਅੱਠੇ ਪੈਰ ਬੋਲਦੇ ਨੇ, ਪਰ ਉਹਨਾਂ ਬੋਲਾਂ ਨੂੰ ਕੋਈ ਜਦੋਂ ਸੁਣਦਾ ਹੈ ਤੇ ਵਿਸਮਾਦ ਵਿੱਚ ਚਲਾ ਜਾਂਦਾ ਹੈ। ਪਿਆਰਿਓ, ਆਪਾਂ ਕਈ ਵਾਰੀ ਸੁਣਿਆ ਇਸੇ ਤਰ੍ਹਾਂ। ਦੇਖੋ ਨਾ, ਉਹ ਅੰਗਰੇਜ਼ ਉਹਨੂੰ ਪੰਜਾਬੀ ਗੁਰਮੁਖੀ ਆਉਂਦੀ ਨਹੀਂ, ਪਰ ਜਿਹੜਾ ਸਤਿਗੁਰੂ ਭਾਸ਼ਾ ਬੋਲਦੇ ਨੇ ਪਰਮੇਸ਼ਰ, ਉਹ ਹਰ ਬੰਦੇ ਨੂੰ ਸਮਝ ਆਉਂਦੀ ਤੇ ਅੰਦਰੋਂ ਸੋਝੀ ਪੈਂਦੀ ਹੈ। ਸਵਾਮੀ ਬ੍ਰਹਮਾਨੰਦ ਜੀ ਬੰਗਾਲ ਦੇ ਰਹਿਣ ਵਾਲੇ 125 ਸਾਲ ਦੀ ਉਮਰ ਬਤੀਤ ਕੀਤੇ। ਜੋ ਲੱਭਦੇ ਸਨ ਚੀਜ਼ ਨਾ ਲੱਭੀ, ਜਾਪਤਾ ਬਹੁਤ ਕੀਤਾ, ਸ਼ਰਧਾਲੂ ਬੜੇ ਬਣ ਗਏ, ਅਦਬ ਸਤਕਾਰ ਬਹੁਤ ਮਿਲਿਆ, ਪਰ ਸਾਈਂ ਨਾ ਮਿਲਿਆ ਅੰਦਰੋਂ। ਅੰਮ੍ਰਿਤਸਰ ਆਏ, ਇੱਥੇ ਇੱਕੋ ਵਾਰ ਦੀਦਾਰ ਕੀਤਾ ਤੇ ਇਹੋ ਜਿਹਾ ਰਸ ਆਇਆ, ਜੁੜ ਗਏ ਆਉਂਦਿਆਂ ਸਾਰੀ। ਹਰਿਦੁਆਰ ਗਏ, ਉਸ ਤੋਂ ਬਾਅਦ ਸੰਗਤ 'ਚ ਬੈਠੇ ਨੇ ਤੇ ਸੰਬੋਧਨ ਕਰਦਿਆਂ ਹੀ ਅਚਾਨਕ ਹੀ ਕਹਿਣ ਲੱਗੇ, ਸਾਰੀ ਉਮਰ ਰੇਤਾ ਛਾਣੀ ਏ। ਤਤ ਵਸਤੂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਗੁਰੂ ਰਾਮਦਾਸ ਪਿਤਾ ਦੇ, ਸਾਨੂੰ ਉਸ ਦਾਤ ਲਈ ਇੱਕ ਜਨਮ ਹੋਰ ਲੈਣਾ ਪਵੇਗਾ। ਇਹ ਕਹਿ ਕੇ ਰੋਏ, ਸਰੀਰ ਛੰਡਿਆ, ਕੰਬਿਆ ਤੇ ਉੱਥੇ ਪ੍ਰਾਣ ਤਿਆਗ ਦਿੱਤੇ। ਕੀ ਮਤਲਬ ਸੀ? 125 ਸਾਲ ਦੀ ਮਿਹਨਤ ਤੋਂ ਦਾਤ ਨਹੀਂ ਜਿਹੜੀ ਮਿਲਦੀ, ਉਹ ਨਿਰੰਕਾਰ ਦੀ ਝਲਕ ਇੱਕੋ ਦਿਨ ਨਹੀਂ, ਕੁਛ ਘੜੀਆਂ ਵਿੱਚ ਗੁਰੂ ਰਾਮਦਾਸ ਪਿਤਾ ਦੇ ਘਰੋਂ ਮਿਲਦੀ ਏ। ਪਿਆਰਿਓ, ਤਾਂ ਹੀ ਤਾਂ ਗੱਲ ਕਹੀ ਜਾਂਦੀ, ਡਿੱਠੇ ਸਭੇ ਥਾਮ ਨਹੀਂ ਤੁਧ ਜਿਆ, ਡਿੱਠੇ ਸਭੇ ਥਾਮ ਨਹੀਂ ਤੁਧ ਜਿਆ, ਬਦੋ ਪੁਰਖ ਵਿਦਾਤੇ ਤਾਂ ਤੂੰ ਸੋਇਆ, ਬਦੋ ਪੁਰਖ ਵਿਦਾਤੇ ਤਾਂ ਤੂੰ ਸੋਇਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਅਨੂਪ ਜਿਹਦੀ ਉਪਮਾ ਨਹੀਂ ਹੋ ਸਕਦੀ, ਉਹ ਗੁਰੂ ਰਾਮਦਾਸ ਦੀ ਪੁਰੀ ਵਿੱਚ ਉਦਾਤ ਵਰਤ ਰਹੀ ਹੈ। ਹਰਿ ਨਾਨਕ ਕਸਮਲ ਜਾਏ, ਨਾਇ ਰਾਮਦਾਸ ਸਾਰ। ਕਸਮਲ ਕਹਿੰਦੇ ਪਾਪਾਂ ਨੂੰ, ਕਹਿੰਦੇ ਜਿਹੜਾ ਗੁਰੂ ਰਾਮਦਾਸ ਪਿਤਾ ਜੀ ਤੇਰੇ ਸਰੋਵਰ ਵਿੱਚ ਇਸ਼ਨਾਨ ਕਰ ਲਵੇ, ਉਹਦੇ ਤਮਾਮ ਪਾਪ ਮੁੱਕ ਜਾਂਦੇ ਨੇ। ਪਾਪ ਰਹਿੰਦੇ ਹੀ ਨਹੀਂ ਖਾਨ, ਉਹ ਚੜ੍ਹ ਜਾਂਦੇ ਖਾਨ। ਤੋਂ ਗੱਲ ਕਰ ਰਹੇ ਹਾਂ ਸਤਿਗੁਰਾਂ ਦੀਆਂ 6 ਬਖਸ਼ਾਂ ਵਿੱਚੋਂ ਪਹਿਲੀ ਬਖਸ਼ਿਸ਼ ਹੈ ਭਈ ਇਸ ਸਰੋਵਰ ਦਾ ਤਿਆਰ ਕਰਨਾ, ਨਗਰੀ ਵਸਾਣੀ, ਜਿੱਥੇ ਆਉਂਦਿਆਂ ਸਾਰੀ
ਆਪਣੇ ਆਪ ਹੀ ਕਲਾ ਵਰਤ ਜਾਂਦੀ ਹੈ। ਪਤਾ ਨਹੀਂ ਕਿਹੜੀਆਂ ਬਖਸ਼ਾਂ ਸਤਿਗੁਰੂ ਜੀ ਨੇ ਇੱਥੇ ਪਾ ਦਿੱਤੀਆਂ ਨੇ। ਪਿਆਰਿਓ, ਇੱਕ ਨੌਜਵਾਨ ਅਮਰੀਕਾ ਰਹਿੰਦਾ ਸੀ। ਉਹਨਾਂ ਨੂੰ ਡਾਕਟਰਾਂ ਨੇ ਕਿਹਾ ਤੁਹਾਡੇ ਘਰ ਸੰਤਾਨ ਨਹੀਂ ਹੋਏਗੀ, ਇਸ ਲਈ ਕਿਉਂਕਿ ਉਹਨਾਂ ਦੀ ਧਰਮ ਪਤਨੀ ਬਿਮਾਰ ਰਹਿੰਦੀ। ਕਹਿੰਦੇ ਤੁਸੀਂ ਸੰਤਾਨ ਲੈਣ ਦਾ ਯਤਨ ਨਾ ਕਰਨਾ, ਜੇ ਕਰੋਗੇ ਤਾਂ ਮੌਤ ਹੋ ਜਾਏਗੀ ਇਸ ਬੀਬਾ ਦੀ। ਨਿਰਾਸ਼ ਹੋਏ, ਪਰ ਗੁਰੂ ਰਾਮਦਾਸ ਸਾਹਿਬ ਜੀ ਨਾਲ ਬਹੁਤ ਪਿਆਰ ਸੀ, ਸੇਵਾ ਤੇ ਸਿਮਰਨ ਕਰਨ ਵਾਲੇ ਸਨ, ਮਹਾਰਾਜ ਨਾਲ ਭਾਵਨਾ ਰੱਖਦੇ ਸੀ। ਚਲੇ ਗਏ, ਡਾਕਟਰੀ ਇਲਾਜ ਜਾਰੀ ਰੱਖਿਆ। ਗੁਰੂ ਰਾਮਦਾਸ ਪਿਤਾ ਦੇ ਚਰਨਾਂ 'ਚ ਅਰਦਾਸ ਕਰਕੇ ਹਰਿਮੰਦਰ ਸਾਹਿਬ ਗਏ। ਦੋਨੋਂ ਜੀ ਉੱਥੇ ਕੀਰਤਨ ਸੁਣਿਆ ਵੀ 2-4 ਦਿਨ ਰਹੀਏ, ਭਾਵਨਾ ਬਣਾਈ। ਬਹੁਤ ਸਾਰੇ ਪਿਆਰ ਵਾਲੀਆਂ ਸੰਗਤਾਂ ਦੇਸ਼ ਪ੍ਰਦੇਸ਼ਾਂ ਤੋਂ ਸਾਰਾ ਸਾਲ ਜਾਂਦੀਆਂ ਨੇ। ਕਈ ਪ੍ਰੇਮੀ ਕਈ ਦਿਨ ਰਹਿ ਕੇ ਉੱਥੋਂ ਉਸ ਰੁਖਾਨੀਅਤ ਦਾ ਆਨੰਦ ਮਾਣਦੇ ਨੇ। ਅੰਦਰ ਰੱਜਦਾ ਹੀ ਨਹੀਂ ਉੱਥੇ ਰਹਿ ਕੇ। ਹਰ ਕਿਸੇ ਦਾ ਜੀ ਚਾਹੁੰਦਾ ਏ ਭਈ ਇੱਕ ਵਾਰ ਸਾਨੂੰ ਉੱਥੋਂ ਦੇ ਦਰਸ਼ਨ ਦੀਦਾਰ ਹੋਣ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਹੋਣ, ਕਿਉਂਕਿ ਉੱਥੇ ਬਖਸ਼ਿਸ਼ ਸਿੱਧੀ ਮਿਲਦੀ ਏ, ਉਹਨਾਂ ਦੀ ਮਿਹਰ ਖੁੱਲ੍ਹੀ ਵਰਤਦੀ ਏ, ਕੁਛ ਕਰਨ ਤੋਂ ਬਗੈਰ ਹੀ ਵਰਤਦੀ ਏ। ਕੇਵਲ ਖਾਲੀ ਹੋਣ ਦੀ ਲੋੜ ਹੁੰਦੀ ਅਤੇ ਭਾਵਨਾ ਬਣਾਉਣ ਦੀ। ਉਹ ਕੁਝ ਘੰਟੇ ਬੈਠੇ ਨੇ ਉੱਥੇ ਕੀਰਤਨ ਵਿੱਚ। ਅਚਾਨਕ ਬੀਬਾ ਨੂੰ ਦਰਦ ਹੁੰਦੀ ਏ, ਪਰ ਉਸ ਦਰਦ ਨਾਲ ਬਾਹਰ ਆ ਗਏ। ਆ ਕੇ ਦਵਾਈ ਦਿੱਤੀ, ਮਹਾਰਾਜ ਨੇ ਉਹਨਾਂ ਦੇ ਅੰਦਰ ਆਇਆ ਕਲਾ ਵਰਤ ਗਈ ਏ, ਸਾਰੇ ਦੁੱਖ ਦੂਰ ਹੋ ਗਏ ਨੇ। ਉਹ ਡਾਕਟਰਾਂ ਨੂੰ ਵਿਖਾਇਆ ਅਤੇ ਕਹਿੰਦੇ ਸਭੋ ਕੁਝ ਠੀਕ ਏ। ਅੱਜ ਉਹਨਾਂ ਕੋਲ 2 ਬੱਚੇ ਹਨ, ਹੁਣ ਤੇ ਜਵਾਨੀ ਵਿੱਚ ਉਹ ਪੈਰ ਧਰ ਰਹੇ ਨੇ। ਮੇਰੇ ਕਹਿਣ ਤੋਂ ਮੁਰਾਦ ਇਹ ਹੈ ਭਈ ਧੰਨ ਗੁਰੂ ਰਾਮਦਾਸ ਪਿਤਾ ਨੇ ਨਗਰੀ ਨਹੀਂ ਵਸਾਈ, ਨਗਰੀ ਦੇ ਬਖਾਨੇ ਮਨੁੱਖਤਾ ਦੇ ਭਾਗ ਬਣਾ ਦਿੱਤੇ ਨੇ, ਰੱਬ ਦੀਆਂ ਬਖਸ਼ਾਂ ਵਸਾ ਦਿੱਤੀਆਂ ਨੇ। ਉਹਨਾਂ ਬਖਸ਼ਾਂ ਨੂੰ ਕੋਈ ਲੈਣ ਵਾਲਾ ਆਪਣੇ ਅੰਦਰ ਸ਼ਰਧਾ ਤੇ ਭਾਵਨਾ ਰੱਖ ਕੇ ਆਵੇ ਸਹੀ, ਉਹਨੂੰ ਬਖਸ਼ਾਂ ਸੁੱਤੇ ਸਿੱਧ ਉੱਥੋਂ ਮਿਲਦੀਆਂ ਨੇ। ਭਾਈ ਵੀਰ ਸਿੰਘ ਜੀ ਤਾਂ ਕਹਿੰਦੇ ਟੁੱਟੀ ਡੋਰ ਜੋ ਦੁਆਰ ਤੇਰੇ ਆਮਦਾ। ਜੇ ਕਿਸੇ ਦਾ ਅੰਦਰ ਜੁੜਦਾ ਨਹੀਂ ਨਾ, ਇੱਕ ਵਾਰੀ ਗੁਰੂ ਰਾਮਦਾਸ ਪਿਤਾ ਜੀ ਤੇਰੇ ਘਰ ਵਿੱਚ ਆ ਜਾਵੇ। ਪੰਚਮ ਪਿਤਾ ਨੇ ਹਰਿਮੰਦਰ ਸਾਹਿਬ ਬਣਾਇਆ, ਉੱਥੇ ਬੈਠ ਕੇ ਕੀਰਤਨ ਸੁਣੇ, ਇੱਥੇ ਸਰੋਵਰ ਦੀ ਇਸ਼ਨਾਨ ਕਰੇ, ਸੇਵਾ ਕਰੇ, ਅਤੇ ਕਹਿੰਦੇ ਬਦੋ ਬਦੀ ਅੰਦਰ ਇੱਥੇ ਜੁੜ ਜਾਏਗਾ। ਕਿੰਨੀਆਂ ਕੁ ਗਾਥਾ ਕਰੀਏ, ਸਤਿਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੱਕ ਰੋਜ਼ ਵੇਖਦੇ ਹਾਂ। ਕਮਾਲ ਦੀ ਖੇਡ ਨਹੀਂ ਆਪਾਂ ਵੇਖਦੇ। ਜਦੋਂ ਆਪਾਂ ਨਾ ਕੋਈ ਇਤਿਹਾਸ ਪੜ੍ਹਦੇ, ਉਹਦੀ ਗੱਲ ਇਸ ਤਰ੍ਹਾਂ ਕਰੀਦੀ ਏ ਵੀ ਫਲਾਣੇ ਸਮੇਂ ਇਹੋ ਜਿਹੀ ਕਲਾ ਵਰਤਦੀ ਸੀ, ਮਹਾਰਾਜ ਜੀ ਕਿਸੇ 'ਤੇ ਮਿਹਰ ਕਰਦੇ ਸਨ, ਜਾਂ ਕੋਈ ਫਕੀਰ ਸੀ, ਉਹਦਾ ਆਹ ਸਮਾਂ ਸੀ, ਉਹ ਬੀਤ ਚੁੱਕੇ ਸਮੇਂ ਦੀ ਗੱਲ ਹੁੰਦੀ। ਪਰ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹੋ ਜਿਹੀ ਖੇਡ ਵਰਤਾਈ, ਇੱਥੇ ਬੀਤ ਚੁੱਕਾ ਨਹੀਂ, ਅੱਜ ਵੀ ਉਸੇ ਤਰ੍ਹਾਂ ਉਹ ਕਲਾ ਵਰਤ ਰਹੀ ਹੈ। ਵਰਤਦੀ ਸੀ ਨਹੀਂ, ਵਰਤਦੀ ਸੀ, ਵਰਤ ਰਹੀ ਹੈ, ਵਰਤਦੀ ਰਹੇਗੀ। ਇੱਥੇ ਕਦੇ ਵੀ ਭੂਤ ਭਵਿੱਖ ਨਹੀਂ, ਸਦਾ ਹੀ ਵਰਤਮਾਨ ਵਿੱਚ ਉਹ ਦਾਤਾਂ ਵਰਤਦੀਆਂ ਆਈਆਂ, ਵਰਤ ਰਹੀਆਂ ਨੇ। ਇਹੋ ਜਿਹੇ ਪਿਆਰੇ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ, ਅਤੇ ਅੰਦਰ ਇਹ ਨਹੀਂ ਰੀਝ ਆਉਂਦੀ ਵੀ ਆਪਾਂ ਸਾਰੇ ਰਲ ਮਿਲ ਕੇ ਹੋਰ ਭਾਵਨਾ ਬਣਾਈਏ। ਇੱਕ ਮੈਂ ਬੇਨਤੀ ਕਰਾਂ, ਕਈ ਵਾਰ ਅੱਗੇ ਸਾਂਝੀ ਕੀਤੀ, ਸਰਦਾਰ ਸਰੂਪ ਸਿੰਘ ਅਲੱਗ ਨੇ ਇਸ ਗੱਲ ਨੂੰ ਉਚੇਚਾ ਕੋਟ ਕੀਤਾ ਹੈ। ਮੈਂ ਤਾਂ ਉਹਨਾਂ ਦਾ ਨਾਲ ਲੈਣਾ ਜ਼ਰੂਰੀ ਸਮਝਦਾ ਜਿਸ ਵਿਦਵਾਨ ਤੋਂ ਗੱਲ ਸਾਹਮਣੇ ਆਵੇ, ਕਿਉਂਕਿ ਵਿਦਵਾਨਾਂ ਦਾ ਕਰਮ ਹੁੰਦਾ ਵੱਖ-ਵੱਖ ਘਟਨਾਵਾਂ ਜੋ ਘਟੀਆਂ ਨੇ ਉਹਨਾਂ ਨੂੰ ਇੱਕ ਜਗ੍ਹਾ ਇਕੱਤਰ ਕਰਨਾ, ਤਾਂ ਕਿ ਬਹੁਤੀਆਂ ਸੰਗਤਾਂ ਲਾਭ ਲੈ ਸਕਣ। ਉਹਨਾਂ ਨੇ ਇੱਕ ਇੰਗਲੈਂਡ ਦੇ ਰਹਿਣ ਵਾਲੇ ਕੋਰੇ ਵਿਕ ਦੇ ਬਾਰੇ ਗੱਲ ਕੀਤੀ। ਮੈਂ ਤਾਂ ਕਹਿ ਰਿਹਾ, ਲੋਕਡਾਊਨ ਚੱਲ ਰਿਹਾ ਹੈ, ਸਾਰੀ ਦੁਨੀਆ ਦੇ ਦੇਸ਼ ਇਸ ਗੁਰੂ ਕੇ ਪਿਆਰਿਓ ਜਿਹੜਾ ਇਹ ਚੱਲ ਰਹੀ ਹੈ ਕਰੋਨਾ ਦੀ ਬਿਮਾਰੀ, ਉਸ ਦੇ ਘੇਰੇ ਵਿੱਚ ਹੋਣ ਕਾਰਨ ਆਪੋ ਆਪਣੇ ਦੇਸ਼ ਵਿੱਚ ਸਾਰੇ ਲੋਕ ਬੰਦ ਨੇ, ਇਕੱਠੇ ਨਹੀਂ ਹੋ ਸਕਦੇ, ਸਾਰੇ ਹਰਿਮੰਦਰ ਸਾਹਿਬ ਨਹੀਂ ਪਹੁੰਚ ਸਕਦੇ, ਗੁਰੂ ਘਰਾਂ 'ਚ ਨਹੀਂ। ਪਰ ਇੱਕ ਸਤਿਗੁਰੂ ਜੀ ਨੇ ਸਾਨੂੰ ਢੰਗ ਤਰੀਕਾ ਦੱਸਿਆ ਹੈ
ਵੀ ਤੁਸੀਂ ਰੋਜ਼ ਸਤਿਗੁਰੂ ਦੇ ਘਰ ਜਾ ਸਕਦੇ ਹੋ। ਰੋਜ਼ ਜਪਜੀ ਸਾਹਿਬ ਵਿੱਚ ਦੱਸਿਆ ਪਹਿਲਾਂ ਸੀ ਨਾ ਪਰੰਪਰਾ ਹਿੰਦੁਸਤਾਨ ਅੰਦਰ, ਭਈ ਜਿਹੜਾ ਬੰਦਾ ਤੀਰਥ ਤੇ ਇਸ਼ਨਾਨ ਕਰੇ ਉਹਦੇ ਪਾਪ ਧੁੱਪ ਜਾਂਦੇ ਨੇ। ਜਿਹਨੇ ਬਹੁਤੇ ਧੋਣੇ ਖੁਣ ਪਵਿੱਤਰ 68 ਤੀਰਥਾਂ ਦਾ ਇਸ਼ਨਾਨ ਕਰੇ। ਹੁਣ ਕੋਈ ਤੀਰਥ ਕਿੱਧਰ ਏ, ਕੋਈ ਕਿੱਧਰ ਏ, ਪੈਸਾ ਵੀ ਚਾਹੀਦਾ, ਸਮਾਂ ਵੀ ਚਾਹੀਦਾ, ਹਰ ਬੰਦਾ ਨਹੀਂ ਜਾ ਸਕਦਾ ਹਰ ਜਗ੍ਹਾ 'ਤੇ। ਸਤਿਗੁਰੂ ਜੀ ਨੇ ਸਾਡੇ 'ਤੇ ਕਲਾ ਵਰਤਾਈ, ਕਹਿਣ ਲੱਗੇ ਤੁਹਾਨੂੰ ਇੱਕ ਇਹੋ ਜਿਹਾ ਤੀਰਥ ਦਈਏ ਜਿਹਦੇ 'ਤੇ ਜਾਣ ਲਈ ਤੁਹਾਨੂੰ ਸਮਾਂ ਵੀ ਨਹੀਂ ਲੱਗੇਗਾ, ਪੈਸਾ ਵੀ ਨਹੀਂ ਲੱਗੇਗਾ। ਸਮਾਂ ਇਹਨਾਂ ਕੁ ਲੱਗੇਗਾ ਇੱਕ ਅੱਖ ਚਮਕਣ ਜਿਤਨਾ ਸਮਾਂ। ਤੇ ਫਿਰ ਉਸ ਤੀਰਥ 'ਤੇ ਇਸ਼ਨਾਨ ਕੀਤਿਆਂ ਉਹ ਜਿਹੜੇ ਬਾਹਰਲੇ ਤੀਰਥਾਂ 'ਤੇ ਇਸ਼ਨਾਨ ਕਰਕੇ ਮੁੜ ਕੇ ਪਾਪ ਚੜ੍ਹ ਜਾਂਦੇ ਨੇ, ਇਸ ਤੀਰਥ 'ਤੇ ਨਹਾਓਗੇ ਤੇ ਮੁੜ ਕੇ ਕਦੇ ਪਾਪ ਚੜ੍ਹਨਾ ਹੀ ਨਹੀਂ, ਸਦਾ ਲਈ ਪਵਿੱਤਰ ਹੋ ਜਾਓਗੇ। ਸੁਰਤੀ ਪਵਿੱਤਰ, ਹਿਰਦਾ ਪਵਿੱਤਰ, ਤੇ ਪਵਿੱਤਰਾਂ ਦਾ ਪਵਿੱਤਰ ਸਾਈਂ ਤੁਹਾਡੇ ਅੰਦਰ ਵਸੇਗਾ। ਜੇ ਉਹ ਕਿੱਥੇ ਤੀਰਥ 'ਤੇ ਸਾਹਿਬ ਕਹਿੰਦੇ ਤੁਹਾਡੇ ਅੰਦਰ ਹੀ ਸਰੀਰ ਦੇ ਉਹ ਤੀਰਥ। ਅੱਛਾ ਜੀ, ਉਸ ਤੀਰਥ 'ਤੇ ਜਾਈਦਾ ਕਿਵੇਂ ਵੇਂ? ਸਤਿਗੁਰੂ ਜੀ ਨੇ ਕਿਰਪਾ ਕੀਤੀ ਏ। ਮਹਾਰਾਜ ਜੀ ਕਹਿੰਦੇ ਵਾਹਿਗੁਰੂ ਸ਼ਬਦ ਸੁਣੋ, ਵਾਹਿਗੁਰੂ ਸ਼ਬਦ ਜ਼ੁਬਾਨ ਤੋਂ ਬੋਲੋ, ਉਹਨੂੰ ਪਿਆਰ ਕਰੋ ਤੇ ਅੱਖ ਬੰਦ ਕਰੋ। ਅੰਦਰ ਤੀਰਥ ਹੈ ਸਤਿਗੁਰੂ, ਉੱਥੇ ਇਸ਼ਨਾਨ ਕਰਾਉਣਗੇ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਅੰਦਰ ਦਾ ਇਸ਼ਨਾਨ ਗੱਲ ਕਰ ਰਹੇ ਸਾਂ। ਅੱਜ ਅਸੀਂ ਦੌੜ ਕੇ ਪਿਆਰਿਓ ਪਹੁੰਚ ਹਰਿਮੰਦਰ ਸਾਹਿਬ ਨਹੀਂ ਜਾ ਸਕਦੇ, ਸੁਰਤੀ ਨਾਲ ਜਾ ਸਕਦੇ ਹਾਂ। ਪਰਮਾਤਮਾ ਨੇ ਹਰ ਬੰਦੇ ਨੂੰ ਇਹ ਸੁਰਤੀ ਇਹੋ ਜਿਹੀ ਦਾਤ ਦਿੱਤੀ ਹੈ ਜਿਹਦੇ ਨਾਲ ਕਿਧਰੇ ਵੀ ਜਾਇਆ ਜਾ ਸਕਦਾ ਹੈ। ਜਾਦੂਗਰ ਦੀ ਤਰ੍ਹਾਂ ਨਹੀਂ ਪਿਆਰਿਓ, ਉਹਦੇ ਪਿਆਰ ਵਿੱਚ ਉਹਦੀ ਬਖਸ਼ਿਸ਼ ਨੂੰ ਮੰਨਣ ਲਈ ਦੂਰੀ ਉੱਥੇ ਰਹਿੰਦੀ ਨਹੀਂ ਹੈ। ਭੀਖਣ ਸ਼ਾਹ ਬੈਠਾ ਤੇ ਵੀ ਨਾ ਕਢਾਮ ਤੇ ਕਲਗੀਆਂ ਵਾਲੇ ਦੇ ਪ੍ਰਕਾਸ਼ ਪਟਨਾ ਸਾਹਿਬ ਬਿਹਾਰ 'ਚ ਹੋਏ ਨੇ, ਦੂਰੀ ਨਹੀਂ ਨਾ ਉਹਨੂੰ, ਉੱਥੇ ਬੈਠਿਆਂ ਹੀ ਉਹ ਵੇਖਦੇ ਨੇ ਮੇਰੇ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਏ। ਦਰਸ਼ਨ ਕਰਨ ਲਈ ਸਰੀਰ ਕਰਕੇ ਬਾਅਦ ਵਿੱਚ ਪਹੁੰਚਦਾ, ਹਾਜ਼ਰੀ ਲੱਗਦੀ। ਖੈਰ ਇਹ ਗੱਲ ਜਦੋਂ ਤੋਰ ਲਈ ਤੇ ਲੰਬੇਰੀ ਹੋਏਗੀ, ਪਰ ਗੁਰੂ ਰਾਮਦਾਸ ਪਿਤਾ ਜੀ ਨੇ ਸਾਨੂੰ ਜਾਚ ਦੱਸੀ ਸੀ ਭਈ ਦੂਰੀ ਨੂੰ ਹਜ਼ੂਰੀ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ। ਦੂਰੀ ਨੂੰ ਹਜ਼ੂਰੀ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ। ਗੱਲ ਤੇ ਆਪਾਂ ਕਰ ਰਹੇ ਸਾਂ ਸ਼ਹਿਰ ਵਸਾਉਣ ਦੀ। ਸ਼ਹਿਰ ਵਿੱਚ ਜਿਹੜੀਆਂ ਬਖਸ਼ਾਂ ਵਰਤਦੀਆਂ ਨੇ, ਸ਼ਹਿਰ ਦੇ ਵਿੱਚ ਸਰੋਵਰ ਵਿੱਚ ਹਰਿਮੰਦਰ ਸਾਹਿਬ, ਉੱਥੇ ਗੁਰੂ ਰਾਮਦਾਸ ਪਿਤਾ ਨੇ ਜਿਹੜੀ ਕਿਰਪਾ ਕੀਤੀ, ਇਹ ਵੱਖਰੀ ਗੱਲ ਹੈ ਨਾ। ਕੌਣ ਹੌਲੀ ਹੌਲੀ ਸਮਾਂ ਪਾ ਕੇ ਹਰ ਤਰ੍ਹਾਂ ਦੇ ਲੋਕ ਵਸਦੇ, ਬਾਕੀ ਜਿਵੇਂ ਮਰਜ਼ੀਆਂ ਕਰਦੇ, ਮਨ ਦੀ ਮਰਜ਼ੀ ਕਰਕੇ ਉਸ ਨਗਰੀ ਨੂੰ ਕੌਮ ਨੇ ਯਤਨ ਵੀ ਕੀਤਾ ਸੀ ਇਹਨੂੰ ਪਵਿੱਤਰ ਨਗਰੀ ਦਾ ਕਰਾਰ ਦਿਓ। ਮਤਲਬ ਸੀ ਇੱਥੇ ਸਾਰੇ ਰਹਿਣ, ਭਾਵੇਂ ਕੋਈ ਕੌਮ ਰਵੇ, ਪਰ ਇੱਥੇ ਕਰਮ ਉਹ ਕਰਨ ਜਿਹੜੇ ਰੱਬ ਨੂੰ ਪਾਉਣ, ਜਿਹਦੇ ਨਾਲ ਇਨਸਾਨੀ ਜੀਵਨ ਚਮਕੇ, ਲੋਕਾਂ ਲਈ ਚਾਨਣ ਮੁਨਾਰਾ ਬਣੇ। ਪਰ ਤੰਗ ਦੇ ਲੋਕਾਂ ਨੇ ਉਹਨੂੰ ਕਿਸੇ ਹੋਰ ਹੀ ਪੱਖ ਤੋਂ ਵਿਚਾਰਿਆ ਭਈ ਸ਼ਾਇਦ ਕਿਸੇ ਇੱਕ ਕੌਮ ਦੀ ਗੱਲ ਹੋਏਗੀ, ਨਹੀਂ ਸਭਨਾਂ ਦਾ ਭਲਾ ਸੀ, ਪਰ ਨਹੀਂ। ਖੈਰ ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇੱਕੋ ਹੀ ਗੱਲ ਅਸੀਂ ਅੱਜ ਸਾਂਝੀ ਕਰ ਸਕਣੀ ਜਾਪਦਾ ਏ। 6 ਗੁਣਾਂ ਦੇ ਦਰਸ਼ਨ ਕਰਨੇ ਚਾਹੁੰਦੇ ਸਾਂ, ਕਰਾਂਗੇ। ਮਹਾਰਾਜ ਕਿਰਪਾ ਕਰੇ ਆਪਾਂ ਆਉਣ ਵਾਲੇ ਸਮੇਂ 'ਚ ਕਰ ਲਵਾਂਗੇ ਸਾਹਿਬ ਜੀ ਦੇ ਪਰਉਪਕਾਰਾਂ ਨੂੰ। ਕਿਉਂਕਿ ਗੱਲ ਕਰ ਰਹੇ ਸਾਂ ਇੱਕ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਰਕੇ ਸਤਿਗੁਰੂ ਜੀ ਨੇ ਕੀ ਕੁਝ ਦਿੱਤਾ ਹੈ। ਸਿੱਖੀ ਦੇ ਪ੍ਰਚਾਰ ਲਈ ਮਸੰਦ ਥਾਪੇ ਨੇ, ਉਹਨਾਂ ਦਾ ਕੀ ਰੋਲ ਹੈ। ਸਤਿਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਇੱਕ ਜਗ੍ਹਾ 'ਤੇ ਇਕੱਠੇ ਹੋਣ ਲਈ ਇੱਕ ਕੇਂਦਰ ਬਿੰਦੂ ਬਣਾਇਆ। ਇਹ ਗੁਰੂ ਰਾਮਦਾਸ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸ਼ੁਰੂਆਤ ਕੀਤੀ ਸੀ ਮਰਿਆਦਾ ਪੱਕੀਆਂ ਕਰਨੀਆਂ। ਇਸੇ ਤਰ੍ਹਾਂ ਜਿਹੜੇ ਵਿਛੜ ਜਾਂਦੇ ਵੀਰ, ਉਹਨਾਂ ਨੂੰ ਦੁਬਾਰਾ ਮਿਲਣਾ ਕਿਵੇਂ, ਤੇ ਗੁਰਤਾ ਗੱਦੀ ਤੋਂ ਭਾਵ ਸੀ ਵੀ ਗੁਰੂ ਦੀ ਬਖਸ਼ਿਸ਼ ਸਹੀ ਜਗ੍ਹਾ 'ਤੇ ਕਿਵੇਂ ਜਾਂਦੀ, ਤੇ ਉਹਦੇ 'ਤੇ ਗੱਲ ਕਰ ਰਹੇ ਸਨ। ਦੂਰੀ ਇੱਕ ਜੋ ਅਲੱਗ ਜੀ ਨੇ ਇੱਕ ਡਾਕਟਰ ਦੀ ਉਦਾਹਰਨ ਦਿੱਤੀ, ਅੰਗਰੇਜ਼ ਦੀ, ਇੰਗਲੈਂਡ ਦਾ ਰਹਿਣ ਵਾਲਾ ਸੀ। ਉਹਨੇ ਸਾਨੂੰ ਹੁਣ ਵੀ ਦੱਸਿਆ ਦੂਰੀ ਵਿੱਚ ਖਜੂਰੀ ਕਿਵੇਂ ਵੇਂ। ਇੰਗਲੈਂਡ ਤੁਰੇ ਜਾ ਰਹੇ ਨੇ, ਉਸ ਗੋਰੇ ਇੱਕ ਨੇ ਬੁਲਾ ਲਿਆ, ਕਹਿਣ ਲੱਗੇ ਸਰਦਾਰ ਜੀ ਆਓ ਘਰ। ਹਰਿਮੰਦਰ ਸਾਹਿਬ ਦੀ ਤਸਵੀਰ ਦਿਖਾਈ, ਜੀ ਕੁਝ ਦਿਸਦਾ ਜੇ? ਹਾਂ ਮੈਨੂੰ ਗੁਰੂ ਰਾਮਦਾਸ ਪਿਤਾ ਜੀ ਚੇਤਾ ਆ ਰਹੇ ਨੇ। ਕਹਿੰਦੇ ਨਹੀਂ,
ਉਂਝ ਨਾ ਕਹੋ, ਸੱਚੀ ਮੁੱਚੀ ਦੱਸੋ ਕੁਝ ਨਜ਼ਰ ਆ ਰਿਹਾ, ਕੁਝ ਸੁਣ ਰਿਹਾ? ਕਹਿੰਦੇ ਨਹੀਂ। ਅਸਲ ਕਹਾਣੀ ਕੀ? ਕਹਿੰਦੇ ਮੈਂ ਇੱਕ ਵਾਰੀ ਗਿਆ ਸੀ ਯਾਤਰਾ 'ਤੇ, ਪਹਿਲਾਂ ਪਾਕਿਸਤਾਨ ਗਏ, ਫਿਰ ਹਿੰਦੁਸਤਾਨ ਗਏ, ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਗਏ। ਉੱਥੇ ਜਦੋਂ ਗਏ ਤੇ ਇਹੋ ਜਿਹੀ ਕਲਾ ਵਰਤੀ, ਅੰਦਰ ਨੂੰ ਬਾਣੀ ਸੁਣਨ ਦੀ ਸੀ, ਅੰਦਰ ਨੂੰ। ਬਾਹਰੋਂ ਤਾਂ ਉਹਨਾਂ ਨੂੰ ਭਾਸ਼ਾ ਵੀ ਨਹੀਂ ਆਉਂਦੀ। ਜੋ ਕੀਰਤਨ ਖੋ ਰਿਹਾ ਸੀ ਕਹਿੰਦੇ ਉਹ ਸੁਣਦਾ। ਕਹਿੰਦੇ ਮੈਂ ਆ ਗਿਆ ਕੁਛ ਦਿਨ ਉੱਥੇ ਰਹਿ ਕੇ, ਪਰ ਮੈਂ ਇਕੱਲਾ ਨਹੀਂ ਆਇਆ, ਉਹ ਗੁਰੂ ਰਾਮਦਾਸ ਪਿਤਾ ਜੀ ਮੇਰੇ ਨਾਲ ਹੀ ਆ ਗਏ, ਜਾਂ ਉਹਨਾਂ ਮੈਨੂੰ ਆਪਣੇ ਕੋਲ ਹੀ ਰੱਖ ਲਿਆ। ਸਰੀਰ ਇੰਗਲੈਂਡ ਵਿੱਚ, ਸੁਰਤ ਉੱਥੇ ਵੇ। ਇਹ ਗੱਲ ਕਿਵੇਂ ਸਮਝ ਲੱਗੇਗੀ? ਕਹਿਣ ਲੱਗੇ ਜਦੋਂ ਚਾਹਵਾਂ ਸਮਾਧੀ ਸਥਿਤ ਤੋਂ ਨਾਵਾਂ, ਕੀਰਤਨ ਜਿਹੜਾ ਹਰਿਮੰਦਰ ਸਾਹਿਬ ਅੰਮ੍ਰਿਤਸਰ ਖੋ ਰਿਹਾ ਮੈਨੂੰ ਇੰਗਲੈਂਡ ਵਿੱਚ ਸੁਣਦਾ। ਕਹਿੰਦੇ ਆਓ ਤਜਰਬਾ ਕਰੀਏ। ਉਹਨਾਂ ਨੇ ਕੁਝ ਸਮਾਂ ਬੈਠੇ, ਨੇਤਰ ਬੰਦ ਕੀਤੇ, ਸ਼ਬਦ ਦੀਆਂ ਇੱਕ ਅੱਧੀ ਪੰਕਤੀ ਸੁਣਾਈ ਜਿਵੇਂ ਉਹਨਾਂ ਤੋਂ ਉਚਾਰਨ ਕੀਤੀ ਗਈ। ਫੋਨ ਕਰਕੇ ਪੁੱਛਿਆ ਤੇ ਉਹੀ ਸ਼ਬਦ ਹਰਿਮੰਦਰ ਸਾਹਿਬ ਚੱਲ ਰਿਹਾ ਸੀ। ਇਹਦਾ ਮਤਲਬ ਭਾਵਨਾ ਖੋਵੇ, ਸਤਿਗੁਰੂ ਜੀ ਜਿਖੋ ਜਿਖੋ ਜਿਹਦਾ ਕੋਈ ਪਿਆਰ ਖੋਵੇ, ਦੂਰੀ ਵਿੱਚ ਵੀ ਖਜੂਰੀ ਦੇ ਦਿੰਦੇ ਨੇ। ਆਪ ਜੀ ਨੂੰ ਪਤਾ। ਇੱਕ ਗੱਲ ਕਹਿ ਕੇ ਸਮਾਪਤੀ ਵੱਲ ਆ ਜਾਈਏ। ਗੁਰੂ ਰਾਮਦਾਸ ਪਿਤਾ ਜੀ ਨੇ ਜਦੋਂ ਅਜੇ ਸੇਵਾ ਕਰ ਰਹੇ ਸਨ ਗੁਰੂ ਅਮਰਦਾਸ ਪਿਤਾ ਜੀ ਦੀ, ਤੇ ਅਕਬਰ ਕੋਲ ਤੰਗ ਦਿਲ ਹਿੰਦੂ ਵੀਰਾਂ ਨੇ ਸ਼ਿਕਾਇਤਾਂ ਕੀਤੀਆਂ ਵੀ ਗਾਇਤਰੀ ਮੰਤਰ ਨਹੀਂ ਪੜ੍ਹਦੇ, ਜਾਤ ਪਾਤ ਨਹੀਂ ਮੰਨਦੇ, ਇੱਕੋ ਪੰਗਤ ਵਿੱਚ ਸਭਨਾਂ ਨੂੰ ਪ੍ਰਸ਼ਾਦ ਛਕਾਉਂਦੇ ਨੇ, ਕੁਝ ਇਹੋ ਜਿਹੀਆਂ ਸ਼ਿਕਾਇਤਾਂ। ਸਤਿਗੁਰੂ ਜੀ ਨੂੰ ਬੁਲਾਇਆ ਅਕਬਰ ਬਾਦਸ਼ਾਹ ਨੇ। ਸਾਹਿਬ ਆਪ ਨਹੀਂ ਗਏ, ਭਾਈ ਜੇਠਾ ਗੁਰੂ ਰਾਮਦਾਸ ਪਿਤਾ ਜੀ ਨੂੰ ਭੇਜਿਆ। ਉੱਥੇ ਜਾ ਕੇ ਜਿਹੜੇ ਸਤਿਗੁਰੂ ਜੀ ਦੀ ਸਿੱਖੀ ਦੇ ਪੱਖ ਦੱਸੇ, ਤਸੱਲੀ ਹੋ ਗਈ। ਅਕਬਰ ਖੁਦ ਕਹਿੰਦਾ ਮੈਂ ਚੱਲ ਕੇ ਆਵਾਂਗਾ, ਤੂੰ ਆਇਆ ਵੀ ਬਾਅਦ ਵਿੱਚ। ਜਦੋਂ ਲਾਹੌਰੋਂ ਤੁਰੇ ਸੀ ਨਾ ਸ੍ਰੀ ਗੋਇੰਦਵਾਲ ਸਾਹਿਬ ਨੂੰ, ਤੇ ਗੁਰੂ ਰਾਮਦਾਸ ਪਿਤਾ ਜੀ ਨੇ ਉੱਥੇ ਦੋ ਘਟਨਾਵਾਂ ਘਟਦੀਆਂ ਨੇ। ਅੰਬ ਬੜੇ ਸਨ ਉਦੋਂ, ਪਿਆਰੇ ਲੱਗੇ ਤੇ ਕਿਹਾ ਇਹ ਸਤਿਗੁਰਾਂ ਲਈ ਲੈ ਕੇ ਜਾਵਾਂ। ਅੰਬ ਲੈ ਲਏ ਉਹਨਾਂ ਨੂੰ। ਹੁਣ ਕਿਉਂਕਿ ਪੈਦਲ ਜਾਣਾ ਲਾਹੌਰ ਤੋਂ ਸ੍ਰੀ ਗੋਇੰਦਵਾਲ ਸਾਹਿਬ। ਦੂਸਰਾ ਇੱਕ ਚਾਹੁੰਦੇ ਸੀ ਕੋਈ ਬਸਤਰ ਪਹਿਨਾਏ ਜਾਣ। ਕਵੀ ਸੰਤੋਖ ਸਿੰਘ ਸ੍ਰੀ ਗੁਰਪ੍ਰਤਾਪ ਸੂਰਜ ਵਿੱਚ ਇਸ ਘਟਨਾ ਨੂੰ ਲਿਖਦੇ ਨੇ। ਉਹਨਾਂ ਲਿਖਿਆ ਇੱਕ ਕੱਪੜੇ ਦੀ ਦੁਕਾਨ 'ਤੇ ਗਏ, ਪੈਸਾ ਨਹੀਂ ਕੋਲ ਪਰ ਅੰਦਰਲੀ ਦੌਲਤ ਹੈ। ਜਿੱਧਰ ਇੱਕ ਵਾਰ ਮੇਰ ਭਰਿਆ ਨਿਗਾਹ ਕਰ ਲੈਣ, ਦੌਲਤਾਂ ਤੇ ਪਿੱਛੇ ਨਹੀਂ ਪਰ ਉਹਨੂੰ ਵਰਤਣਾ ਨਹੀਂ। ਬਸਤਰ ਸੁਰਤੀ ਨਾਲ ਹੀ ਲਿਆ, ਚੋਲਾ ਬਣਾਇਆ, ਬਸਤਰ ਬਣਾਏ ਤੇ ਸੁਰਤੀ ਨਾਲ ਗੁਰੂ ਅਮਰਦਾਸ ਪਿਤਾ ਨੂੰ ਪਹਿਨਾ ਦਿੱਤੇ ਗੋਇੰਦਵਾਲ ਸਾਹਿਬ। ਇੱਧਰ ਮਹਾਰਾਜ ਇੱਥੇ ਬੈਠੇ ਸੁਰਤੀ ਨਾਲ ਹੀ ਬਸਤਰ ਜਿਵੇਂ ਪਹਿਨੀਦਾ ਉਸ ਤਰ੍ਹਾਂ ਹੱਥ ਪੈਰ ਖਿਲਾ ਰਹੇ ਸਨ ਸਰੀਰ। ਅੰਬ ਲੈ ਕੇ ਤੁਰੇ, ਰਸਤੇ ਵਿੱਚ ਵੇਖਿਆ ਵੀ ਅੰਬ ਬਹੁਤੇ ਪੱਕ ਗਏ ਨੇ ਤੇ ਖਰਾਬ ਹੋ ਜਾਣਗੇ। ਉਦੋਂ ਹੀ ਸੁਰਤੀ ਨਾਲ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦਾ ਧਿਆਨ ਧਰਿਆ ਤੇ ਅੰਬ ਆਪਣੇ ਮੂੰਹ 'ਚ ਪਾ ਕੇ ਚੂਪੇ ਤੇ ਛਕਾ ਰਹੇ ਨੇ ਗੁਰੂ ਅਮਰਦਾਸ ਪਿਤਾ ਜੀ ਨੂੰ। ਜਦੋਂ ਪਹੁੰਚੇ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਬੇਟਾ ਅੰਬ ਬਹੁਤ ਮਿੱਠੇ ਸਨ, ਗਿਟਕਾਂ ਉਹ ਪਈਆਂ ਨੇ। ਸਾਰੇ ਹੈਰਾਨ। ਸਾਨੂੰ ਦਿਖਾਣਾ ਹੁੰਦਾ ਏ ਸਤਿਗੁਰੂ ਕਦੇ ਕਿਸੇ ਤੋਂ ਦੂਰ ਨਹੀਂ ਹਨ। ਗੁਰੂ ਰਾਮਦਾਸ ਪਿਤਾ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ। ਸਾਹਿਬਾਂ ਬਾਰੇ ਬਚਨ ਕਿਹਾ ਸੀ ਨਾ ਬਾਬਾ ਸੱਤਾ ਬਲਵੰਡ ਜੀ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਤਾਰਿਆ। ਉਹਨਾਂ ਦੀ ਉਪਮਾ ਵਿੱਚ ਬਚਨ ਕਰਦਿਆਂ ਕਰਦੇ ਨੇ ਅੱਗੇ ਜਾ ਕੇ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹਨਾਂ ਨੂੰ ਪਾਰ ਬ੍ਰਹਮ ਜਾਣ ਕੇ ਸਿੱਖ ਸੰਗਤਾਂ ਨੇ ਨਮਸਕਾਰ ਕੀਤੀ ਏ। ਤਾਂ ਤੇ ਆਓ ਮੇਰੇ ਪਾਰ ਬ੍ਰਹਮ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਪਿਆਰਿਓ ਇਹ ਰਹਿਮਤਾਂ ਸਾਡੇ 'ਤੇ ਕੀਤੀਆਂ, ਉਹਨਾਂ ਦੇ ਪ੍ਰਕਾਸ਼ ਪੁਰਬਾਂ ਨੂੰ ਲੈ ਕੇ ਉਹਨਾਂ ਦੀ ਵਡਿਆਈ ਕਰਦੇ ਹਾਂ। ਵੈਸੇ ਤਾਂ ਕੋਈ ਦਿਨ ਨਹੀਂ ਨਾ ਜਦੋਂ ਉਹਨਾਂ ਦੀ ਵਡਿਆਈ ਆਪਾਂ ਨਾ ਕਰੀਏ। ਹੁਣ ਤਾਂ ਮਹਾਰਾਜ ਨੇ ਮਿਹਰ ਕੀਤੀ ਨਾ, ਜਦੋਂ ਕੀਰਤਨ ਉੱਥੇ ਆਉਂਦਾ ਇੰਟਰਨੈਟ ਰਾਹੀਂ, ਰੇਡੀਓ TV ਰਾਹੀਂ, ਦਿਨੇ ਰਾਤ ਉੱਥੋਂ ਜੋ ਬਾਣੀ ਗਾਈ ਜਾ ਰਹੀ ਏ,
ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠ ਕੇ ਗੁਰੂ ਕੇ ਪਿਆਰਿਓ ਦਾ ਆਨੰਦ ਮਾਣਿਆ ਜਾਂਦਾ। ਇੱਕ ਸਮਾਂ ਸੀ ਨਾ, ਆਪਾਂ ਅੱਗੇ ਵਿਚਾਰਾਂਗੇ, ਹਕੂਮਤਾਂ ਨੇ ਇਸ ਸ਼ਹਿਰ ਵਿੱਚ ਆਉਣ ਦੀ ਪਾਬੰਦੀ ਲਾ ਦਿੱਤੀ ਸੀ ਸਿੱਖਾਂ ਤੋਂ, ਸਰੋਵਰ ਪੂਰ ਦਿੱਤੇ, ਪਰ ਸਿੱਖਾਂ ਨੇ ਅਰਦਾਸ ਵਿੱਚ ਹੀ ਸ਼ਾਮਲ ਕਰ ਲਿਆ, ਭਈ ਮਹਾਰਾਜ ਕਿਰਪਾ ਕਰੋ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਬਖਸ਼ੋ। ਤੇ ਉੱਥੋਂ ਦੇ ਦਰਸ਼ਨ ਇਸ਼ਨਾਨ ਸਿੱਖ ਉਚੇਚੇ ਮੰਗਦੇ ਨਹੀਂ, ਕਰਦੇ ਰਹੇ। ਆਪਾਂ ਵਿਚਾਰਾਂਗੇ ਉਹਨਾਂ ਦੇ ਦਰਸ਼ਨ ਤੇ ਇਸ਼ਨਾਨ ਨੇ ਸਿੱਖ ਇਤਿਹਾਸ ਦੀਆਂ ਇੱਕ ਨਵੇਂ ਪੰਨਾਂ ਨੂੰ ਲਿਖਣਾ ਪ੍ਰਾਰੰਭ ਕੀਤਾ ਸੀ। ਲੱਖਾਂ ਸ਼ਹਾਦਤਾਂ ਹੋ ਗਈਆਂ, ਪਰ ਉਸ ਨਗਰੀ ਤੋਂ ਸਿੱਖ ਕਦੇ ਵੱਖ ਨਹੀਂ ਹੋ ਸਕਦੇ। ਰੋਜ਼ ਅਰਦਾਸ ਵਿੱਚ ਇਹ ਦਾਤ ਮੰਗੀ ਜਾਂਦੀ ਹੈ, ਉਹਦੇ ਨਾਲ ਪਿਆਰ। ਸਤਿਗੁਰੂ ਜੀ ਕਿਰਪਾ ਕਰਨ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਖਸ਼ਾਂ ਨੂੰ ਮੰਗੀਏ ਵੀ, ਮਾਣੀਏ ਵੀ, ਤੇ ਅਸੀਂ ਦੂਰ ਬੈਠੇ ਵੀ ਉਹਨਾਂ ਦਾ ਧਿਆਨ ਕਰਕੇ ਹੀ ਨਮਸਕਾਰ ਸੁਰਤੀ ਨਾਲ ਹੀ ਕਰੀਏ। ਉਸ ਪਰਕਰਮਾਂ ਦੀ ਚਰਨ ਧੂੜ ਲਈਏ, ਦਰਸ਼ਨੀ ਡਿਓੜੀ ਤੇ ਸਜਦਾ ਕਰੀਏ, ਅੰਦਰ ਜਾ ਕੇ ਕਰੀਏ ਹਰਿਮੰਦਰ ਸਾਹਿਬ ਦੀ ਦਹਿਲੀਜ਼ ਤੇ ਅੰਦਰ ਪਹੁੰਚ ਜਾਈਏ। ਸੰਗਤਾਂ ਵਿੱਚੋਂ ਜਿੱਥੇ ਰਸ਼ ਵਿੱਚੋਂ ਹੀ ਹੱਥ ਜੋੜ ਕੇ ਨਮਸਕਾਰਾਂ ਅਰਦਾਸਾਂ ਹੁੰਦੀਆਂ ਨੇ, ਉਹ ਸਾਡੀਆਂ ਅਰਜ਼ੋਈਆਂ ਪ੍ਰਵਾਨ ਕਰਨ। ਪੂਰੀ ਸ੍ਰਿਸ਼ਟੀ ਤੇ ਠੰਡ ਵਰਤੇ, ਜਿਹੜਾ ਕਸ਼ਟ ਭਰਿਆ ਸਮਾਂ ਚੱਲ ਰਿਹਾ, ਸਤਿਗੁਰੂ ਪੂਰੇ ਸੰਸਾਰ ਨੂੰ ਇਹਨਾਂ ਤੋਂ ਬਚਾਉਣ। ਹਰ ਜੀ ਸੁਖੀ ਵਸੇ, ਉਸੇ ਤਰ੍ਹਾਂ ਸਾਈਂ ਦੀਆਂ ਰੌਣਕਾਂ ਫਿਰ ਲੱਗਣ। ਇਨਸਾਨ ਪਾਪਾਂ ਤੋਂ ਪਰਹੇਜ਼ ਕਰਕੇ ਸੱਚ ਦੇ ਰਾਹ 'ਤੇ ਤੁਰੇ। ਇਹੋ ਜਿਹੇ ਪਿਆਰੇ ਸਤਿਗੁਰੂ ਜੀ ਨੂੰ ਸਾਡੀ ਸਦਾ ਸਦਾ ਲਈ ਪ੍ਰਣਾਮ ਨਮਸਕਾਰ। ਸਤਿਗੁਰੂ ਸਾਰਿਆਂ ਦੇ ਘਰ ਦੇ ਕਲਾ ਕਲੇਸ਼ ਕੱਟਣ, ਨਾਮ ਬਾਣੀ ਨਾਲ ਜੋੜਨ ਤੇ ਆਪਣੀ ਚਰਨਾਂ ਦੀ ਧੂੜ ਸਦਾ ਲਈ ਬਖਸ਼ਦੇ ਰਹਿਣ। ਇੰਨੇ ਬਚਨ ਪ੍ਰਵਾਨ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।